ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੈਂ 1.5 ਗੁਣਾ ਆਮਦਨ ਕਰ ਦੇਵਾਂਗਾ। ਉਹ ਕਹਿੰਦੇ ਆ ਵੀ ਤੁਸੀਂ 1.5 ਗੁਣਾ ਆਮਦਨ ਦੀ ਗੱਲ ਛੱਡੋ, ਜਿਹੜੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਪਈ ਹੈ ਉਸ ਤੇ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਲਿਆ ਕੇ ਪਾਸ ਕਰਕੇ ਕਿਸਾਨਾਂ ਨੂੰ 50% ਮੁਨਾਫਾ ਪਾ ਕੇ ਉਹਦੇ ਵਿੱਚ ਉਹ ਫਸਲਾਂ ਦੇ ਭਾਅ ਦੇ ਦਿਓ। ਕਿਸਾਨ ਕੋਈ ਰਹਿਤ ਥੋਤੋਂ ਮੰਗਦਾ ਹੀ ਨਹੀਂ। ਸੱਤਾਧਾਰੀ ਧਿਰ ਦੇ ਨਾਲ ਭਾਈਵਾਲ ਅੱਡੀਆਂ ਚੱਕ ਕੇ ਕਹਿ ਰਹੇ ਨੇ ਕਿ ਉੱਥੋਂ ਦਾਲ ਆ ਗਈ, ਕਣਕ ਆ ਗਈ, ਵੰਡੀ ਨਹੀਂ। ਉਹ ਅਧਿਕਾਰੀ ਜਿਨ੍ਹਾਂ ਨੇ ਇਹ ਦਾਲ ਕਣਕ ਰਿਸੀਵ ਕੀਤੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੀ ਦਾਲ ਇਹਨਾਂ ਕੋਲੇ ਆਈ ਹੈ ਉਹ ਕਹਿੰਦੇ ਨਾ ਖਾਣ ਯੋਗ ਹੈ, ਉਹਦੇ ਵਿੱਚ ਕਬੂਤਰਾਂ ਦੀਆਂ ਬਿੱਠਾਂ ਨੇ। ਕਿਹੋ ਜੀ ਕਣਕ ਹੁੰਦੀ ਸੀ, ਕਿਹੋ ਜਿਹਾ ਆਟਾ ਬਣਾ ਕੇ ਉਹਦਾ ਭੇਜ ਦਿੰਦੇ ਸੀ। ਅਸੀਂ ਤਾਂ ਕਈ ਡਲੇ ਦੇਖੇ ਨੇ, ਗਲੀਆਂ ਕਣਕਾਂ ਦੇਖੀਆਂ ਉਹਦੇ ਵਿੱਚ ਜਿਹੜੀਆਂ ਲੋਕਾਂ ਤੱਕ ਪਹੁੰਚ ਜਾਂਦੀਆਂ। ਹੁਣ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਆਤਮ ਨਿਰਭਰ ਬਣਾਉਣਾ ਭਾਰਤ ਨੂੰ। ਆਤਮ ਨਿਰਭਰ ਕਿਹਨੂੰ ਬਣਾਉਣਾ ਹੈ? ਚੰਦ ਪਰਿਵਾਰਾਂ ਨੂੰ। ਇਹਨਾਂ ਨੇ ਕੀਤਾ ਸੀ ਮੁਕਤਖੋਰੀ। ਬੀਬੀ ਭੱਠਲ ਨੇ ਉਸ ਵੇਲੇ ਲਿਆਂਦਾ ਵੀ 7 ਏਕੜ ਵਾਲਿਆਂ ਦੀ ਅਸੀਂ ਬਿਜਲੀ ਮਾਫ ਕਰ ਦਿੰਦੇ ਹਾਂ। ਬਾਦਲ ਸਾਹਿਬ ਨੇ ਉਦੋਂ ਬਿਆਨ ਦਿੱਤਾ ਤਾਂ ਕਿ ਸਾਡਾ ਬਸਤਾ ਚੋਰੀ ਹੋ ਗਿਆ। ਨਾਲ ਬੀਬੀ ਨੇ ਬਿਆਨ ਦਿੱਤਾ ਕਿ ਬਾਦਲ ਇੱਕ ਨਲਾਇਕ ਵਿਦਿਆਰਥੀ ਹੈ ਜਿਹਦਾ ਬਸਤਾ ਹੀ ਚੋਰੀ ਹੋ ਗਿਆ, ਬਸਤੇ ਦੀ ਰਾਖੀ ਨਹੀਂ ਕਰ ਸਕਦਾ। ਗੱਲ ਮੇਕ ਇਨ ਇੰਡੀਆ ਦੀ ਕਰਦੇ ਰਹੇ, ਉਹਦੇ ਵਿੱਚ ਕੋਈ ਅਮਲੀ ਜਾਮਾ ਤਾਂ ਪਹਿਨਾਇਆ ਨਹੀਂ। ਬਸ ਇੱਕੋ ਸ਼ੇਰ ਜਿਹਾ ਬਣਾਤਾ, 4 ਚੱਕੇ ਲਾਤੇ ਉਹ 'ਚ, ਉਹ ਘੁੰਮਦਾ ਤੇ ਮੇਕ ਇਨ ਇੰਡੀਆ ਆਇਆ। ਬਸ ਦਿਖਾਵਾ ਹੀ ਦਿਖਾਵਾ। 20,000 ਕਰੋੜ ਦੀ ਸਹਾਇਤਾ ਹੀ ਡਾਇਰੈਕਟ ਲੋਕਾਂ ਦੇ ਖਾਤਿਆਂ ਦੇ ਵਿੱਚ ਪਾ ਦੇਣ ਤਾਂ ਲੋਕ ਸਮਝਣਗੇ ਕਿ ਹਾਂ ਸਾਡੇ ਕੋਈ ਭਲੇ ਦੀ ਗੱਲ ਕੀਤੀ ਹੈ। 20 ਲੱਖ ਦੀ ਜਗ੍ਹਾ ਤੁਸੀਂ 20 ਕਰੋੜ ਬਣਾ ਦਿਓ, ਅੱਗੇ ਅਰਬ ਬਣਾ ਦਿਓ, ਬਿਲਕੁਲ ਉਹਦਾ ਕੋਈ ਉਹ ਨਹੀਂ ਨਿਕਲਣਾ। ਭਾਵੇਂ ਇੱਥੇ ਲਾਕਡਾਊਨ ਚੱਲੀ ਜਾਂਦਾ, ਲਾਕਡਾਊਨ ਦੇ ਬਾਵਜੂਦ ਜਿਹੜੀ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ, ਲਾਕਡਾਊਨ ਵਰਗੀਆਂ ਸਥਿਤੀਆਂ ਦੇ ਵਿੱਚ ਵੀ ਗਿਣਤੀ ਵੱਧ ਰਹੀ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਲਾਕਡਾਊਨ ਨਾ ਹੁੰਦਾ ਤਾਂ ਤੁਸੀਂ ਇਹ ਦੇਖੋ ਅਮਰੀਕਾ ਦੀ ਥਾਂ ਤੇ ਭਾਰਤ ਦਾ ਥਾਂ ਹੋਣਾ ਸੀ। ਆਰਥਿਕਤਾ ਜਿਹੜੀ ਹੈ ਉਹ ਇਸੇ ਕਰਕੇ ਡਾਵਾਡੋਲ ਹੋਈ ਹੈ ਨਾ। ਸਾਡੇ ਲੋਕ ਆਪਣੇ ਖਰਚੇ ਕੰਟਰੋਲ ਨਹੀਂ ਕਰਦੇ। ਆਪਾਂ ਜੇ ਇੱਥੇ ਭਾਰਤ ਸਰਕਾਰ ਦੀ ਗੱਲ ਕਰ ਲਈਏ, 20 ਲੱਖ ਕਰੋੜ ਦਾ ਆਰਥਿਕ ਪੈਕੇਜ ਐਲਾਨਿਆ ਹੈ, ਉਹਨੂੰ ਕਿੱਦਾਂ ਦੇਖਦੇ ਹੋ? ਲੋਕ ਕਹਿੰਦੇ ਨੇ ਕਿ ਅੰਕੜੇ ਛਕਾਤੇ, ਮਿਲਿਆ ਕੁਝ ਨਹੀਂ, ਖਾਤਿਆਂ 'ਚ ਕੁਝ ਆਇਆ ਨਹੀਂ। ਪਹਿਲਾਂ ਕਹਿੰਦੇ ਸੀ 15 ਲੱਖ ਖਾਤਿਆਂ 'ਚ ਪਾਵਾਂਗੇ, ਨਾ ਉਦੋਂ ਕੁਝ ਆਇਆ। ਉਦੋਂ ਵੀ ਕਹਿ ਦਿੱਤਾ ਕਿ ਅਸੀਂ ਤਾਂ ਜੁਮਲਾ ਦਿੱਤਾ ਸੀ, ਉਹੀ ਜੁਮਲਾ ਹੁਣ ਦਿਖਾ ਦਿੱਤਾ। ਇਹ ਗੱਲਾਂ ਦਾ ਕੜਾਹ ਆ, ਇਹਦੇ ਵਿੱਚੋਂ ਕੱਖ ਨਹੀਂ ਨਿਕਲਿਆ। ਜੋ ਬਜਟ ਪੇਸ਼ ਕਰਨ ਵੇਲੇ ਇੱਧਰ ਉੱਧਰ ਕੀਤਾ ਸੀ ਉਹ ਵੀ ਵਿੱਚ ਪਾ ਦਿੱਤਾ ਹੈਗਾ। ਜਿਹੜਾ ਅੱਜ ਇਹਨਾਂ ਨੇ ਕਿਹਾ ਕਿ ਅਸੀਂ ਇੰਨਾ ਅਨਾਜ 3 ਮਹੀਨਿਆਂ ਵਾਸਤੇ ਜਾਂ 2 ਮਹੀਨੇ ਵਾਸਤੇ ਇਹਨਾਂ ਨੂੰ ਦੇਵਾਂਗੇ, ਤੇ ਜੇ ਇਹ ਮਹੀਨਾ ਪਹਿਲਾਂ ਕਰ ਦਿੱਤਾ ਜਾਂਦਾ ਤਾਂ ਜਿਹੜੇ ਵੱਡੀ ਪੱਧਰ ਦੇ ਉੱਤੇ ਪ੍ਰਵਾਸ ਹੋ ਰਿਹਾ ਹੈਗਾ ਉਹ ਨਾ ਹੁੰਦਾ। ਜੇ ਇਸ ਵੇਲੇ ਸਥਿਤੀ ਤਾਂ ਇਹ ਹੈ ਕਿ ਬੰਦਾ ਜਿਹੜਾ ਕਿਸਾਨ ਹੈ ਉਹ ਗਲ ਤੱਕ ਕਰਜ਼ੇ ਵਿੱਚ ਡੁੱਬਿਆ ਪਿਆ। ਜੇ ਉਹਦੇ ਉੱਤੇ ਥੋੜਾ ਜਿਹਾ ਭਾਰ ਹੋਰ ਪਾਤਾ ਉਹ ਜਿਹੜਾ ਹੈਗਾ ਉਸ ਤੋਂ ਬਾਹਰ ਹੋ ਜਾਏਗਾ। ਕਿਸਾਨਾਂ ਦੀ ਫਸਲ ਜਿਹੜੀ ਹੈ, ਜੇ ਅੰਨਦਾਤਾ ਨਹੀਂ ਬੀਜ ਰਿਹਾ, ਜੇ ਉਹਦਾ ਸਹੀ ਮੁੱਲ ਨਹੀਂ ਮਿਲਦਾ, ਤੇ ਫਿਰ ਲੋਕ ਫਿਰ ਤਾਂ ਭੁੱਖੇ ਮਰਨ ਵਾਲਾ ਕੰਮ ਹੋ ਜਾਣਾ। ਪ੍ਰਧਾਨ ਮੰਤਰੀ ਸਾਹਿਬ ਗੱਲਾਂ ਦਾ ਕੜਾਹ ਬਣਾਉਣ ਦੇ ਵਿੱਚ ਬਹੁਤ ਐਕਸਪਰਟ ਨੇ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਵਾਰ ਸਤਵਾਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਸੁਖਿੰਦਰ ਸਿੰਘ। ਹਫ਼ਤਾ ਭਰ ਦੇਸ਼, ਦੁਨੀਆ ਭਰ ਤੇ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ, ਸਭ ਦੇ ਉੱਤੇ ਚਰਚਾ ਕਰਾਂਗੇ। ਸ਼ਰਾਬ ਮਾਫੀਆ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦੋਫਾੜ ਹੋਈ ਨਜ਼ਰ ਆ ਰਹੀ ਹੈ, ਉਸ ਉੱਤੇ ਗੱਲਬਾਤ ਕਰਾਂਗੇ। ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਵਿਵਾਦ ਕੀ ਹੈ, ਉਸ ਉੱਤੇ ਗੱਲਬਾਤ ਕਰਾਂਗੇ। ਪ੍ਰਤਾਪ ਸਿੰਘ ਬਾਜਵਾ ਕੀ ਕਹਿ ਰਹੇ ਨੇ, ਰਾਜਾ ਵੜਿੰਗ ਦਾ ਕੀ ਕਹਿਣਾ ਹੈ, ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ ਦੇ, ਦੁਨੀਆ ਭਰ ਦੇ ਅੰਕੜੇ ਇਸ ਵੇਲੇ ਕਿੱਥੇ ਤੱਕ ਪਹੁੰਚ ਚੁੱਕੇ ਨੇ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਹੋਰ ਵੀ ਖਬਰਾਂ ਨਾਲੋਂ ਨਾਲ ਨੇ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਕੀ ਕੁਝ ਕਰ ਰਹੀ ਹੈ, ਮਜ਼ਦੂਰਾਂ ਦੇ ਨਾਲ ਜ਼ਿਆਦਤੀਆਂ ਕਿਵੇਂ ਹੋ ਰਹੀਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦਾ ਆਰਥਿਕ ਪੈਕੇਜ ਐਲਾਨਿਆ, ਉਸ ਉੱਤੇ ਵੀ ਗੱਲਬਾਤ ਕਰਾਂਗੇ ਕਿ ਕਿਹਨੂੰ ਕੀ ਮਿਲਿਆ ਤੇ ਕੀ ਅੰਕੜਿਆਂ ਦਾ ਹੇਰਫੇਰ ਜਿਹੜਾ ਉਹ ਕੀਤਾ ਗਿਆ। ਮੇਰੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ। ਢਿੱਲੋਂ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਮਿਹਰਬਾਨੀ ਜੀ। ਢਿੱਲੋਂ ਸਾਹਿਬ, ਕਿਸ ਤਰ੍ਹਾਂ ਦੇ ਹਾਲਾਤ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਦੁਨੀਆ ਭਰ ਦੇ? ਪਹਿਲਾਂ ਸੁਖਵਿੰਦਰ ਜੀ, ਇਸ ਵੇਲੇ ਜਿਹੜੇ ਹਾਲਾਤ ਨੇ, ਭਾਵੇਂ ਇੱਥੇ ਲਾਕਡਾਊਨ ਚੱਲੀ ਜਾਂਦਾ, ਲਾਕਡਾਊਨ ਦੇ ਬਾਵਜੂਦ ਜਿਹੜੀ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਕੁਝ ਰਾਜ ਇਹੋ ਜਿਹੇ ਨੇ ਜਿਨ੍ਹਾਂ ਨੇ ਇਸ ਨੂੰ ਸਾਂਭਣ ਦਾ ਯਤਨ ਕੀਤਾ, ਉਹਨਾਂ ਵਿੱਚੋਂ ਪੰਜਾਬ ਵੀ ਹੈ। ਪੰਜਾਬ ਦੇ ਵਿੱਚ ਜੇ ਅੰਕੜਾ 2000 ਤੋਂ ਪਾਰ ਨਹੀਂ ਹੋਇਆ ਹੈਗਾ ਤੇ ਮੌਤਾਂ ਦੀ ਜਿਹੜੀ ਗਿਣਤੀ ਹੈ ਉਹ 33-34 ਹੈ। ਖੁਸ਼ੀ ਦੀ ਗੱਲ ਇਹ ਹੈ ਕਿ ਜਿਹੜੇ ਬੰਦੇ ਇਹ ਪ੍ਰਭਾਵਿਤ ਹੋ ਕੇ ਆਏ ਸੀ ਉਹ ਬਹੁ ਗਿਣਤੀ ਸਿਹਤਯਾਬ ਹੋ ਕੇ ਉਹ ਘਰਾਂ ਨੂੰ ਜਾ ਰਹੇ ਨੇ। ਵਿਸ਼ਵ ਪੱਧਰ ਤੇ ਇਸ ਵੇਲੇ ਜਿਹੜਾ ਅੰਕੜਾ ਹੈਗਾ 45,60,000 ਤੋਂ ਵੱਧ ਹੈ ਤੇ 3 ਲੱਖ ਦੇ ਕਰੀਬ ਮੌਤਾਂ ਹੋ ਗਈਆਂ ਨੇ।
ਖੁਸ਼ੀ ਹੈ ਕਿ 17 ਲੱਖ ਦੇ ਕਰੀਬ ਜਿਹੜੇ ਮਰੀਜ਼ ਨੇ ਉਹ ਠੀਕ ਵੀ ਹੋ ਗਏ ਨੇ। ਅਮਰੀਕਾ ਦੇ ਵਿੱਚ ਬੜਾ ਚਿੰਤਾਜਨਕ ਹੈਗਾ, ਜੇ 45 ਟੋਟਲ ਹੈ ਤਾਂ ਤੀਜਾ ਹਿੱਸਾ ਇਕੱਲਾ ਅਮਰੀਕਾ 'ਚ ਹੈ। 14,58,000 ਤੇ ਇਹਨਾਂ ਵਿੱਚੋਂ ਮੌਤਾਂ ਦੀ ਗਿਣਤੀ ਜਿਹੜੀ ਆ ਉਹ 86,942 ਤੇ 3 ਲੱਖ ਤੋਂ ਵੱਧ ਜਿਹੜੇ ਇੱਥੇ ਵੀ ਜਿਹੜੇ ਲੋਕ ਆ ਉਹ ਠੀਕ ਹੋਏ ਨੇ। ਸਪੇਨ ਦੇ ਵਿੱਚ 2,74,000 27,000 ਤੋਂ ਵੱਧ ਮੌਤਾਂ ਤੇ 1,88,000 ਦੇ ਕਰੀਬ ਠੀਕ ਹੋਏ ਨੇ। ਭਾਰਤ ਦੇ ਵਿੱਚ 82,000। ਇਹ ਅੱਜ ਜਿਹੜਾ ਅੰਕੜਾ ਹੈਗਾ ਉਹ 85 ਦੇ ਨੇੜੇ ਪਹੁੰਚ ਗਿਆ। ਭਾਵ ਚੀਨ ਨੂੰ ਅਸੀਂ ਮਾਤ ਪਾ ਦਿੱਤੀ ਆ ਹੁਣ ਇਸ ਮਾਮਲੇ ਦੇ ਵਿੱਚ। ਭਾਰਤ ਦੇ ਵਿੱਚ ਬਹੁਤ ਸਾਰੇ ਜਿਹੜੇ ਰਾਜ ਨੇ, ਖਾਸ ਕਰ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਇਹਨਾਂ ਦੇ ਵਿੱਚ ਇਹ ਗਿਣਤੀ ਤੇਜ਼ੀ ਨਾਲ ਵਧੀ ਹੈ। ਜਿੱਥੇ ਸਾਡਾ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਕਿ ਪੰਜਾਬ ਦੇ ਵਿੱਚ ਇਹਦਾ ਕਾਫੀ ਸੁੱਖ ਮੰਗਣੀ ਚਾਹੀਦੀ ਹੈ ਕਿ ਨਾ ਵਧਣ। ਜੇ ਲਾਕਡਾਊਨ ਵਰਗੀਆਂ ਸਥਿਤੀਆਂ ਦੇ ਵਿੱਚ ਵੀ ਗਿਣਤੀ ਵੱਧ ਰਹੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਲਾਕਡਾਊਨ ਨਾ ਹੁੰਦਾ ਤਾਂ ਤੁਸੀਂ ਇਹ ਦੇਖੋ ਅਮਰੀਕਾ ਦੀ ਥਾਂ ਤੇ ਭਾਰਤ ਦਾ ਥਾਂ ਹੋਣਾ ਸੀਗਾ। ਹੁਣ ਜੇ ਅੱਗੇ ਦੇਖਿਆ ਜਾਵੇ ਪੰਜਾਬ ਦੇ ਵਿੱਚ ਮੈਂ ਪਹਿਲਾਂ ਹੀ ਦੱਸ ਕੇ ਹਟਿਆ ਕਿ 2,000 ਦੇ ਕਰੀਬ 33 ਮੌਤਾਂ ਹੋਈਆਂ ਨੇ, 305 ਬੰਦੇ ਠੀਕ ਹੋ ਗਏ ਨੇ। ਭਾਰਤ ਦੇ ਜਿਹੜੇ ਹੋਰ ਹੈਗੇ ਆ, ਮਹਾਰਾਸ਼ਟਰ ਦੇ ਵਿੱਚ ਇਹ 30,000 ਦੇ ਲਗਭਗ ਪਹੁੰਚ ਗਿਆ, 29,000 ਤੋਂ ਵੱਧ ਹੈ। ਮੌਤਾਂ ਉੱਥੇ ਜਿਹੜੀਆਂ ਨੇਗੀਆਂ ਉਹਨਾਂ ਦੀ ਗਿਣਤੀ 1088 ਹੈ। ਗੁਜਰਾਤ ਦੇ ਵਿੱਚ ਵੀ 9900 ਦੇ ਤੋਂ ਵੱਧ ਹੈ। ਦਿੱਲੀ ਦੇ ਵਿੱਚ 9900 ਤੋਂ ਵੱਧ ਹੈ, 9,000 ਦੇ ਲਗਭਗ ਇੱਥੇ ਵੀ ਹੋ ਗਏ। ਰਾਜਸਥਾਨ ਦੇ ਵਿੱਚ 4688 ਨੇ, 125 ਮੌਤਾਂ ਹੋਈਆਂ ਨੇ। ਪਰ ਗੁਜਰਾਤ ਦੇ ਵਿੱਚ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ 808 ਹੈ। ਇਸੇ ਤਰ੍ਹਾਂ ਜਿਹੜੀ ਮਹਾਰਾਸ਼ਟਰ ਹੈ, ਮਹਾਰਾਸ਼ਟਰ ਦੇ ਵਿੱਚ 1000 ਤੋਂ ਵੱਧ ਮੌਤਾਂ ਹੋ ਗਈਆਂ, 1100 ਦੇ ਨੇੜੇ ਤੇੜੇ ਹੋ ਗਈਆਂ ਨੇ। ਤਾਮਿਲਨਾਡੂ ਦੇ ਵਿੱਚ ਇਹ ਗਿਣਤੀ ਜਿਹੜੀ 10,000 ਤੋਂ ਵੱਧ ਹੈ। ਜੰਮੂ ਕਸ਼ਮੀਰ ਦੇ ਵਿੱਚ 1013 ਸੀਮਤ ਹੈ, ਸਾਡੇ ਨਾਲੋਂ ਵੀ ਘੱਟ ਹੈ, 11 ਮੌਤਾਂ ਨੇ। ਚੰਡੀਗੜ੍ਹ ਦੇ ਵਿੱਚ 101 ਬੰਦੇ ਪ੍ਰਭਾਵਿਤ ਨੇ, ਸਿਰਫ 3 ਮੌਤਾਂ ਨੇ। ਹੈ ਜੀ। ਹਰਿਆਣੇ ਦੇ ਵਿੱਚ ਇਹ ਗਿਣਤੀ ਜਿਹੜੀ ਹੈ ਉਹ 838 ਤੇ ਪਹੁੰਚ ਗਈ ਹੈ, ਪਹਿਲਾਂ ਬਹੁਤ ਗਿਣਤੀ ਘੱਟ ਸੀ, ਤੀਜੀ ਨਾਲ ਉੱਥੇ ਵਧੀ ਹੈ, 11 ਮੌਤਾਂ ਨੇ। ਹਿਮਾਚਲ ਦੇ ਵਿੱਚ 77, 4 ਮੌਤਾਂ ਨੇ। ਆਪਣੇ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਜਿਹੜਾ ਇਹ ਗਿਣਤੀ ਵੱਧ ਰਹੀ ਹੈ, ਇਹ ਬੜੀ ਚਿੰਤਾਜਨਕ ਵਿਸ਼ਾ ਹੈਗਾ। ਇਹਦੇ ਵਿੱਚ ਘਾਟਾ ਹੋਣਾ ਚਾਹੀਦਾ ਸੀ। ਜਿਵੇਂ ਪੰਜਾਬ ਦੇ ਵਿੱਚ ਇਹ ਥੋੜ੍ਹਾ ਜਿਹਾ ਨਜਿੱਠਿਆ ਗਿਆ, ਬਹੁਤ ਸਾਰੇ ਮਾਹਰਾਂ ਦੀ ਰਾਏ ਆ ਕਿ ਇਹ ਜਿਹੜੀ ਬਿਮਾਰੀ ਹੈ ਇਹਨੇ ਘਟਣਾ ਨਹੀਂ। ਬਿਲਕੁਲ, ਇਹ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗੀ ਜਿਵੇਂ ਹੋਰ ਬਿਮਾਰੀਆਂ ਸੀ, HIV ਪੋਜ਼ਿਟਿਵ, ਬਿਲਕੁਲ, ਬੜੀਆਂ ਸਵਾਈਨ ਫਲੂ, ਉਸ ਤਰ੍ਹਾਂ ਦੇ ਜਿਹੜੇ ਸੀਗੇ, ਡੇਂਗੂ, ਉਸ ਤਰ੍ਹਾਂ ਦੇ ਵਿੱਚ ਇਹ ਮਨੁੱਖੀ ਸਰੀਰ ਦੇ ਵਿੱਚ ਰਹੇਗਾ। ਮਤਲਬ ਮਹਾਰਾਜ ਦਾ ਇਹ ਮੰਨਣਾ ਹੈ ਕਿ ਏਡਸ ਵਾਂਗੂ ਲਾ ਲਓ ਜਾਂ ਕੈਂਸਰ ਵਾਂਗੂ ਨਾਮੁਰਾਦ ਬਿਮਾਰੀ ਬਣ ਕੇ ਰਹਿ ਜੂਗੀ, ਨਾਮੁਰਾਦ ਬਿਮਾਰੀ ਬਣ ਕੇ ਰਹਿ ਜੂਗੀ। ਜਿਵੇਂ ਹੋਰ ਬਿਮਾਰੀਆਂ ਹੈਗੀਆਂ ਨੇ, ਜਦੋਂ ਆਪਾਂ ਟੈਸਟ ਕਰਾਇਆ ਕਰਾਂਗੇ ਤਾਂ ਉਹਨਾਂ ਨੇ ਕਹਿਣਾ ਜੀ ਤੁਹਾਡੇ 'ਚ ਕਰੋਨਾ ਹੈਗਾ, ਇਸ ਕਰਕੇ ਤੁਸੀਂ 14 ਦਿਨ ਇਕਾਂਤਵਾਸ ਕਰ ਲਓ। ਤੇ ਇਮਿਊਨ ਸਿਸਟਮ ਨੂੰ ਵਧਾਉਣ ਵਾਲੀਆਂ ਦਵਾਈਆਂ ਇਸ ਹਿੰਦੁਸਤਾਨ ਦੀ ਧਰਤੀ, ਵਿਸ਼ਵ ਦੇ ਵਿੱਚ ਵੀ ਉਹਨਾਂ ਦੇ ਨਿਰਮਾਣ ਵੱਲ ਦੇਸ਼ ਵੱਧ ਰਹੇ ਨੇ। ਉਹ ਕਹਿਣਗੇ ਵੀ ਕਰੋਨਾ ਹੋ ਗਿਆ, ਕੋਈ ਗੱਲ ਨਹੀਂ, ਪਰ ਆਹ ਦਵਾਈਆਂ ਖਾ ਕੇ ਤੁਹਾਡਾ ਜਿਹੜਾ ਹਾਜ਼ਮਾ ਕਰਨ ਵਾਲਾ ਪ੍ਰਣਾਲੀ ਹੈ ਉਹ ਵੱਧ ਜਾਏਗੀ। ਇਸ ਕਰਕੇ ਸਾਨੂੰ ਸੋਚਣਾ ਚਾਹੀਦਾ, ਇਹ ਚੰਗੀ ਕਦਮ ਵੱਲ ਜਾ ਰਹੇ ਹਾਂ। ਮਤਲਬ ਅਜੇ ਕੋਈ ਇਸ ਤਰ੍ਹਾਂ ਦੀ ਨਹੀਂ। ਕੁਝ ਦੇਸ਼ਾਂ ਨੇ ਬਾਂਦਰਾਂ ਦੇ ਉੱਤੇ ਤਜਰਬਾ ਕੀਤਾ, ਜਿਹੜੀ ਨਵੀਂ ਉਹਨਾਂ ਨੇ ਵੈਕਸੀਨ ਤਿਆਰ ਕੀਤੀ ਆ, ਉਹਦੇ ਟੀਕੇ ਬਾਂਦਰਾਂ 'ਚ ਲਾਏ ਨੇ। ਉਹਨਾਂ ਨੇ ਦੇਖਿਆ ਕਿ ਇਹਦਾ ਕੋਈ ਨਾ ਪੱਖੇ ਨਤੀਜਾ ਨਹੀਂ ਆਇਆ, ਉਹ ਠੀਕ ਹੋਏ ਨੇ। ਹੋ ਸਕਦਾ ਕੱਲ੍ਹ ਨੂੰ ਜਦੋਂ ਮਨੁੱਖਾਂ ਦੇ ਵਿੱਚ ਉਹ ਕਰਨ ਤੇ ਉਹ ਦਵਾਈ ਜਿਹੜੀ ਉਹ ਕਾਰਗਰ ਸਾਬਤ ਹੋਵੇ। ਪਰ ਹਾਲੇ ਤੱਕ ਕੋਈ ਦਾਅਵੇ ਨਾਲ ਇਹ ਨਹੀਂ ਕਹਿ ਸਕਦਾ ਕਿ ਇਹ ਇੰਜੈਕਸ਼ਨ ਲੱਗਣ ਦੇ ਨਾਲ ਕਰੋਨਾ ਦਾ ਜਿਹੜਾ ਵਾਇਰਸ ਹੈ ਉਹਦਾ ਪ੍ਰਭਾਵ ਘਟ ਜਾਏਗਾ ਜਾਂ ਖਤਮ ਹੋ ਜਾਏਗਾ। ਗੱਲ ਤਾਂ ਸਾਰੀ ਇਮਿਊਨ ਸਿਸਟਮ ਤੇ ਟਿਕੀ ਹੈ ਕਿ ਤੁਸੀਂ ਆਪਣਾ ਰਹਿਣ ਸਹਿਣ ਬਦਲੋ। ਜਿਸ ਤਰੀਕੇ ਨਾਲ ਲੋਕ ਕਹਿ ਰਹੇ ਸੀ ਕਿ ਸਭ ਕੁਝ ਮਾਡਰਨ ਹੋ ਗਿਆ, ਮਾਡਰਨਿਟੀ ਦੇ ਵਿੱਚ ਖਾਣ ਪੀਣ ਸਾਰਾ ਕੁਝ ਬਦਲ ਦਿੱਤਾ, ਰਹਿਣ ਸਹਿਣ ਦਾ ਤੌਰ ਤਰੀਕਾ, ਦਫ਼ਤਰਾਂ ਵਿੱਚ ਜਾਣਾ ਕਿਵੇਂ ਰਹਿਣਾ, ਘਰ ਪਰਿਵਾਰ ਵਿੱਚ ਕਿਵੇਂ ਰਹਿਣਾ, ਕਦੇ ਬਾਜ਼ਾਰਾਂ ਵਿੱਚ ਘੁੰਮ ਰਹੇ ਨੇ, ਕਦੇ ਕੁਝ ਖਾ ਪੀ ਰਹੇ ਨੇ, ਉਹਨਾਂ ਸਾਰਿਆਂ ਦਾ ਖਿਆਲ ਰੱਖਣਾ ਪੈਣਾ, ਦਵਾਈਆਂ ਦੀ ਲੋੜ ਹੀ ਨਾ ਪਵੇ। ਇੱਕ ਸੁਖਵਿੰਦਰ, ਜਿਹੜੀ ਵੱਡਿਆਂ ਲੋਕਾਂ ਨੇ ਫਜ਼ੂਲ ਖਰਚੀ ਦੀਆਂ ਧੱਜੀਆਂ ਉਡਾਈਆਂ ਸੀ, ਬਿਲਕੁਲ ਇਸ ਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ। ਇਹ ਲਾਕਡਾਊਨ ਦੇ ਵਿੱਚ ਪੰਜਾਬ ਦੇ ਵਿੱਚ 1000 ਤੋਂ ਵੱਧ ਸ਼ਾਦੀਆਂ ਹੋਈਆਂ ਨੇ। ਉਹ ਸਾਰੀਆਂ ਸ਼ਾਦੀਆਂ 4-4, 5-5 ਬੰਦਿਆਂ ਦੇ ਨਾਲ ਹੀ ਕੀਤੀਆਂ ਗਈਆਂ ਨੇ। ਬਹੁਤ ਸਾਰੇ ਥਾਵਾਂ ਦੇ ਉੱਤੇ ਪੁਲਿਸ ਕਰਮਚਾਰੀਆਂ ਨੇ ਉਹਨਾਂ ਦੇ ਸਨਮਾਨ ਕੀਤੇ ਨੇ, ਉਹਨਾਂ ਨੂੰ ਹਾਰ ਪਾਇਆ ਹੈ। ਉਹ ਬੰਦੇ ਦੀ ਜਿਹੜੀ ਟਿੱਪਣੀ ਆ ਬਹੁਤ ਮਹੱਤਵਪੂਰਨ ਹੈ ਕਿ ਜੇ ਇਸ ਇਤਿਹਾਸ ਨੂੰ ਅਸੀਂ ਵਰਤ ਲਈਏ, ਲੋਕਾਂ ਦੇ ਇਕੱਠ ਨਾ ਕਰੀਏ, ਤਾਂ ਜਿਹੜੇ ਕਰਜ਼ਈ ਹੋ ਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਹੋਰ ਲੋਕ ਖੁਦਕੁਸ਼ੀਆਂ ਕਰ ਰਹੇ ਨੇ, ਉਹ ਖੁਦਕੁਸ਼ੀਆਂ ਨਾ ਹੋਣਗੀਆਂ। ਇਸ ਕਰਕੇ ਸਾਨੂੰ ਇਤਿਹਾਸ ਵਰਤਣੇ ਪੈਣਗੇ। ਜਿਹੜੀਆਂ ਇਹ ਫਜ਼ੂਲ ਖਰਚੀਆਂ, ਬੇਲੋੜੇ ਖਰਚੇ ਨੇ, ਉਹਨਾਂ ਤੋਂ ਬਚ ਸਕਦੇ ਹਾਂ। ਜਦੋਂ ਵੱਡੇ ਲੋਕ ਉਸ ਪਾਸੇ ਵੱਲ ਨੂੰ ਜਾਂਦੇ ਨੇ
ਤੇ ਇੱਕ ਜਿਹੜਾ ਗਰੀਬ ਆਰਥਿਕ ਪੱਖੋਂ ਕਮਜ਼ੋਰ ਤਬਕਾ, ਉਹਨੂੰ ਪਤਾ ਵੀ ਮੈਂ ਆਰਥਿਕ ਪੱਖੋਂ ਕਮਜ਼ੋਰ ਹਾਂ, ਮੈਂ ਇੰਨਾ ਖਰਚਾ ਨਹੀਂ ਕਰ ਸਕਦਾ, ਉਹ ਆਪਦਾ ਸੀਮਿਤ ਖਰਚੇ ਵਿੱਚ ਇਹ ਸਮਾਗਮ ਕਰਨ ਦਾ ਯਤਨ ਕਰਦੇ ਨੇ ਸੁਖਵਿੰਦਰ। ਪਰ ਜਿਹੜਾ ਦਰਮਿਆਨਾ ਵਰਗ ਹੈ, ਜੇ ਤਾਂ ਉਹ ਅੱਡੀਆਂ ਚੱਕ ਕੇ ਪਾਹਾ ਉੱਪਰ ਨੂੰ ਲੈਂਦਾ ਤਾਂ ਮਤਲਬ ਵੱਡੇ ਲੋਕਾਂ ਦੀ ਰੀਸ ਕਰਨ ਦਾ ਯਤਨ ਕਰਦਾ ਤਾਂ ਕਰਜ਼ ਰੂਪੀ ਦੈਂਤ ਉਹਨਾਂ ਦੇ ਗਲ 'ਚ ਪੈਂਦਾ। ਜੇ ਉਹ ਨਹੀਂ ਕਰਦਾ ਤਾਂ ਲੋਕ ਲੱਜ ਦੇ ਵਿੱਚ ਉਹਨਾਂ ਨੂੰ ਲੋਕ ਤਾਨੇ ਮਿਹਣੇ ਮਾਰਦੇ ਨੇ ਵੀ ਵਿਆਹ ਕੀਤਾ ਸੀਗਾ ਨੰਗਾ ਨੇ। ਸਾਡੇ ਪੰਜਾਬ ਦੇ ਵਿੱਚ ਤਾਂ ਮਤਲਬ ਇਹੋ ਜਿਹਾ ਸ਼ਬਦ ਵਰਤਣਗੇ ਕਿ ਉਹ ਕੀ ਜਾਣਾ ਯਾਰ, ਉਹਨਾਂ ਨੰਗਾ ਦੇ ਵਿਆਹ ਕੀਤਾ ਸੀ, ਕਿਸੇ ਨੂੰ ਪੁੱਛਿਆ ਹੀ ਨਹੀਂ ਹੈ। ਜਾਂ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦਾ ਸੀ, ਮੈਨੂੰ ਯਾਦ ਆ ਸੀ ਇੱਕ ਬਰਾਤ ਦੇ ਵਿੱਚ ਗਏ, ਉਸ ਬਰਾਤ ਦੇ ਵਿੱਚ ਘੱਟੋ ਘੱਟ ਵੀ 24-25 ਛਾਂਪਾਂ ਪਾਈਆਂ ਗਈਆਂ ਵੱਖ-ਵੱਖ ਰਿਸ਼ਤੇਦਾਰੀ ਵਾਲਿਆਂ ਨੂੰ, ਪਰ ਜਿਹੜਾ ਖਾਣ ਪੀਣ ਸੀ ਉਹ ਵੈਸ਼ਨੂੰ ਸੀ। ਕਹਿੰਦੇ ਵਾਹ ਉਹ ਮਹਿੰਦਰਾ ਪਵਾਲੀਆਂ ਛਾਪਾਂ ਤੇ ਬਰਾਤ ਨੂੰ ਰੋਟੀ ਪੁੱਛੀ ਨਹੀਂ, ਜਿਹੜੀ ਰੋਟੀ ਹੈ ਉਹ ਬੱਕਰੇ ਨਾਲ ਦੇ ਹੀ ਨਹੀਂ ਸਕਿਆ। ਉਹਨਾਂ ਦਿਨਾਂ 'ਚ ਬੱਕਰਾ ਹੀ ਹੁੰਦਾ ਸੀ, ਚਿਕਨ ਚੁਕਨ ਨਹੀਂ ਹੋਇਆ ਕਰਦਾ ਸੀ। ਮੇਰੇ ਕਹਿਣ ਦਾ ਮਤਲਬ ਇਸ ਤਰ੍ਹਾਂ ਦੇ ਤਾਨੇ ਸਾਡੇ ਅਕਸਰ ਲੋਕ ਮਾਰਿਆ ਕਰਦੇ ਸੀ। ਮਤਲਬ ਢਿੱਲੋਂ ਸਾਹਿਬ ਦਿਖਾਵੇ ਤੇ ਜੁੜ ਗਏ ਨਾ ਲੋਕ ਸਾਰੇ। ਜੇ ਮੁੰਡੇ ਵਾਲੇ ਸਮਝਾਉਂਦੇ ਨੇ ਕੁੜੀ ਵਾਲਿਆਂ ਨੂੰ ਜਾਂ ਇੱਕ ਦੂਜੇ ਨੂੰ ਸਮਝਾਉਂਦੇ ਨੇ, ਕੋਈ ਇੱਕ ਪਾਸਾ ਹੁੰਦਾ ਸਹੀ ਹੁੰਦਾ ਕਿ ਆਪਾਂ ਇੰਨਾ ਖਰਚਾ ਨਾ ਕਰੀਏ, ਪਰ ਕੁੜੀ ਵਾਲੇ ਕਹਿੰਦੇ ਨੇ ਸਾਡੀ ਇੱਜ਼ਤ ਨਹੀਂ ਰਹਿੰਦੀ, ਲੋਕ ਕਹਿਣਗੇ ਕਿ 2 ਕੱਪੜਿਆਂ 'ਚ ਹੀ ਤੋਰਤੀ, ਕੋਈ ਖਰਚਾ ਇਹੋ ਜਿਹਾ ਨਹੀਂ ਕੀਤਾ। ਦਿਖਾਵੇ ਤੱਕ ਸਾਰੇ ਲੋਕ ਟਿਕ ਗਏ ਨੇ। ਆਰਥਿਕਤਾ ਜਿਹੜੀ ਹੈ ਉਹ ਇਸੇ ਕਰਕੇ ਡਾਵਾਡੋਲ ਹੋਈ ਹੈ ਨਾ, ਸਾਡੇ ਲੋਕ ਆਪਣੇ ਖਰਚੇ ਕੰਟਰੋਲ ਨਹੀਂ ਕਰਦੇ। ਜੇ ਆਪਾਂ ਥੋੜਾ ਜਿਹਾ ਪਿੱਛੇ ਜਾਈਏ, ਜਿਹੜਾ ਪੁਰਾਣਾ ਜ਼ਮਾਨਾ ਸੀ ਨਾ, ਜਿਹਦੇ ਵਿੱਚ ਇੱਕ ਨਿਉਂਦਾ ਪੈਂਦਾ ਹੁੰਦਾ ਸੀ। ਨਿਉਂਦਾ ਇਹ ਹੁੰਦਾ ਸੀਗਾ, ਬੜੇ ਥੋੜ੍ਹੇ ਰੁਪਈਏ ਹੁੰਦੇ ਸੀਗੇ ਕਿ ਸਪੋਜ਼ ਕਰੋ ਮੇਰੇ ਕੋਈ 10 ਰੁਪਈਏ ਪਾ ਗਿਆ, ਬਿਲਕੁਲ, ਜਦੋਂ ਉਹਦੇ ਘਰ ਦੇ ਵਿੱਚ ਵਿਆਹ ਹੁੰਦਾ ਸੀ, ਜੇ ਤਾਂ ਮੈਂ ਉਸ ਬੰਦੇ ਨਾਲ ਵਰਤਣਾ ਹੈ ਤਾਂ ਮੈਂ 20 ਰੁਪਏ ਪਾ ਕੇ ਆਉਂਦਾ ਵੀ ਆਹ ਲਓ ਜੀ 10 ਤੁਹਾਡੇ ਦੇਣੇ ਆ, 10 ਮੇਰਾ ਵਧਾਰਾ ਹੋਇਆ ਤੁਹਾਡੇ ਵੱਲ। ਉਹਦਾ ਮਤਲਬ ਇਹ ਸੀ ਵੀ ਆਪਣਾ ਜਿਹੜਾ ਭਰਪਾ ਉਹ ਵਰਤਾ ਰਹੇਗਾ। ਜਿਹੜੇ ਬੰਦੇ ਕਈ ਵਾਰੀ ਇਹ ਸੋਚ ਲੈਂਦੇ ਸੀ ਵੀ ਯਾਰ ਸਾਡੇ ਇਦੋਂ ਬਾਅਦ ਤੱਕ ਵਿਆਹ ਬੁਝਾ ਆਉਣਾ ਨਹੀਂ ਹੈ ਨਾ, ਪਤਾ ਨਹੀਂ, ਉਹ ਫਿਰ ਸਾਵੇਂ ਪਾਏ ਆਉਂਦੇ ਸੀ ਵੀ ਲੈ ਭਾਈ ਤੇਰੇ ਜਿਹੜੇ ਅਸੀਂ ਮੋੜ ਤੇ, ਪਰ ਅਸੀਂ ਅੱਗੇ ਤੇਰੇ ਨਾਲ ਨਹੀਂ ਵਰਤਣਾ, ਉਹ ਇਸ਼ਾਰਾ ਹੁੰਦਾ ਸੀ ਇੱਕ। ਇਸੇ ਤਰ੍ਹਾਂ ਜਦੋਂ ਕੁੜੀਆਂ ਨੂੰ ਦਾਜ ਪ੍ਰਥਾ ਸ਼ੁਰੂ ਹੋਈ ਆ, ਉਹ ਇਸ ਤਰ੍ਹਾਂ ਨਹੀਂ ਸੀ ਹੋਈ ਜਿਵੇਂ ਹੁਣ ਚੱਲ ਗਿਆ ਵੀ ਭਾਵੇਂ ਜੋ ਫਾਰਚੂਨਰ ਕਾਰ ਲੈ ਕੇ ਦਿਓ ਜਾਂ ਹੋਂਡਾ ਸਿਟੀ ਕਾਰ ਲੈ ਕੇ ਦਿਓ ਜਾਂ ਰੇਂਜ ਰੋਵਰ ਕਾਰ ਲੈ ਕੇ ਦਿਓ ਜਾਂ ਇਸ ਤੋਂ ਵੀ ਵੱਡੀਆਂ ਕਾਰਾਂ ਲੈ ਕੇ ਦਿਓ, ਇਹ ਨਹੀਂ ਸੀ ਹੁੰਦਾ। ਉਦੋਂ ਉਸ ਜ਼ਮਾਨੇ ਦੇ ਵਿੱਚ ਬਿਸਤਰੇ, ਭਾਂਡੇ, ਇਸ ਤਰ੍ਹਾਂ ਦਾ ਰਿਵਾਜ ਚੱਲਦਾ ਹੁੰਦਾ ਸੀ। ਉਹ ਕੁੜੀਆਂ ਆਪਦੇ ਵਿਆਹ ਤੋਂ ਪਹਿਲਾਂ ਤ੍ਰਿੰਜਣ ਦੇ ਵਿੱਚ ਬੈਠ ਕੇ ਆਪਦਾ ਆਪ ਹੀ ਤਿਆਰ ਕਰ ਲੈਂਦੀਆਂ ਸੀਗੀਆਂ, ਆਪ ਹੀ ਕੱਤਦੀਆਂ ਸੀ, ਆਪ ਹੀ ਸਭ ਕੁਝ ਬੁਣਦੀਆਂ ਸੀ, ਕਰਕੇ ਆਪਣੇ ਹੱਥੀਂ ਬੁਣ ਕੇ। ਉਹਦਾ ਮਕਸਦ ਇਹ ਹੁੰਦਾ ਸੀ, ਤਾਂ ਗਿਣਿਆ ਜਾਂਦਾ ਸੀ ਵੀ ਯਾਰ 11 ਬਿਸਤਰੇ ਦਿੱਤੇ ਨੇ। ਭਾਵ ਜੇ ਮਹੀਨੇ ਬਾਅਦ ਹੀ ਸਹੁਰੇ ਪਰਿਵਾਰ ਦੇ ਨਾਲ ਦਾਲ ਨਾ ਗਣੇ, ਕੁੜੀ ਨੂੰ ਅੱਡ ਕਰਨਾ ਪੈ ਜਾਵੇ, ਉਹਦੇ ਕੋਲੇ ਘੱਟੋ ਘੱਟ ਬਸਤਰ ਤੇ ਭਾਂਡੇ ਜਿਹੜੇ ਆ ਇਹ ਸੀ ਵੀ ਉਹਨੂੰ ਮੰਗਣ ਦੀ ਜ਼ਰੂਰਤ ਨਾ ਪਵੇ, ਉਹ ਜਦੋਂ ਮਰਜ਼ੀ ਆਪਦੀ ਪੇਟੀ ਚੋਂ ਭਾਂਡੇ ਕਰਕੇ ਆਪਦਾ ਘਰ ਦਾ ਚੁੱਲ੍ਹਾ। ਮਤਲਬ ਕਸੂਰਵਾਰ ਤਾਂ ਢਿੱਲੋਂ ਸਾਹਿਬ ਅਸੀਂ ਆਪ ਆ ਨਾ, ਕਿ ਅਸੀਂ ਲੋਕਾਂ ਨੇ ਆਪ ਅੱਡੀਆਂ ਚੁੱਕ ਕੇ ਫਾਹ ਲਿਆ ਤੇ ਹੁਣ ਕਸੂਰਵਾਰ ਕਹਿੰਦੇ ਆ ਕਿ ਸ਼ਾਇਦ ਸਰਕਾਰ ਦੀਆਂ ਨੀਤੀਆਂ ਗਲਤ ਨੇ ਜਿਹਦੇ ਕਰਕੇ ਫਾਹੇ ਲੋਕ ਲੈਂਦੇ ਨੇ। ਆਪਾਂ ਜੇ ਇੱਥੇ ਭਾਰਤ ਸਰਕਾਰ ਦੀ ਗੱਲ ਕਰ ਲਈਏ, 20 ਲੱਖ ਕਰੋੜ ਦਾ ਆਰਥਿਕ ਪੈਕੇਜ ਐਲਾਨਿਆ ਹੈ, ਉਹਨੂੰ ਕਿੱਦਾਂ ਦੇਖਦੇ ਹੋ? ਲੋਕ ਕਹਿੰਦੇ ਨੇ ਕਿ ਅੰਕੜੇ ਛਕਾਤੇ, ਮਿਲਿਆ ਕੁਝ ਨਹੀਂ, ਖਾਤਿਆਂ 'ਚ ਕੁਝ ਆਇਆ ਨਹੀਂ। ਪਹਿਲਾਂ ਕਹਿੰਦੇ ਸੀ 15-15 ਲੱਖ ਖਾਤਿਆਂ 'ਚ ਪਾਵਾਂਗੇ, ਨਾ ਉਦੋਂ ਕੁਝ ਆਇਆ, ਉਦੋਂ ਵੀ ਕਹਿ ਦਿੱਤਾ ਕਿ ਅਸੀਂ ਤਾਂ ਜੁਮਲਾ ਦਿੱਤਾ ਸੀ, ਉਹੀ ਜੁਮਲਾ ਹੁਣ ਦਿਖਾ ਦਿੱਤਾ। ਇਹ ਵੀ ਇੱਕ ਕਿਸਮ ਦਾ ਜੁਮਲਾ ਹੈ। ਜਿਹੜੀਆਂ ਵੀ ਰਾਹਤਾਂ ਦਿੱਤੀਆਂ ਨੇ ਉਹ ਵੱਡੀ ਪੱਧਰ ਦੇ ਉੱਤੇ ਦਿੱਤੀਆਂ ਨੇ। ਕਿਸਾਨ ਕਿਹਾ ਗਿਆ ਕਿ ਕਿਸਾਨ ਨੂੰ ਬਿਨਾਂ ਗਰੰਟੀ ਕਰਜ਼ਾ ਦਿੱਤੇ ਜਾਵੇਗਾ। ਕਿਸਾਨ ਤਾਂ ਪਹਿਲਾਂ ਪੁਰਾਣੇ ਕਰਜ਼ੇ ਤੇ ਲਕੀਰ ਮੰਗਦਾ ਹੈ, ਡਾਇਰੈਕਟ ਉਸ ਨੂੰ ਕੀ ਫਾਇਦਾ ਹੋਵੇਗਾ। ਮੈਂ ਜਿੰਨੇ ਮਾਹਰਾਂ ਦੀ ਹੁਣ ਤੱਕ ਰਿਪੋਰਟ ਪੜ੍ਹੀ ਹੈ, ਸਾਰੇ ਇਹੋ ਹੀ ਗੱਲ ਕਹਿੰਦੇ ਨੇ ਕਿ ਇਹ ਗੱਲਾਂ ਦਾ ਕੜਾਹ ਆ, ਇਹਦੇ ਵਿੱਚੋਂ ਕੱਖ ਨਹੀਂ ਨਿਕਲਿਆ। ਜੋ ਬਜਟ ਪੇਸ਼ ਕਰਨ ਵੇਲੇ ਇੱਧਰ ਉੱਧਰ ਕੀਤਾ ਸੀ ਉਹ ਵੀ ਵਿੱਚ ਪਾ ਦਿੱਤਾ ਹੈਗਾ। ਜ਼ਰੂਰਤ ਇਹ ਸੀ ਕਿ ਤੁਰੰਤ ਰਾਹਤ ਦਿੱਤੀ ਜਾਂਦੀ, ਉਹਨਾਂ ਨੂੰ ਕੁਝ ਨਾ ਕੁਝ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਜਾਂਦਾ। ਜਿਹੜਾ ਅੱਜ ਇਹਨਾਂ ਨੇ ਕਿਹਾ ਕਿ ਅਸੀਂ ਇੰਨਾ ਅਨਾਜ 3 ਮਹੀਨਿਆਂ ਵਾਸਤੇ ਜਾਂ 2 ਮਹੀਨੇ ਵਾਸਤੇ ਇਹਨਾਂ ਨੂੰ ਦੇਵਾਂਗੇ, ਤੇ ਜੇ ਇਹ ਮਹੀਨਾ ਪਹਿਲਾਂ ਕਰ ਦਿੱਤਾ ਜਾਂਦਾ ਤੇ ਜਿਹੜੇ ਵੱਡੀ ਪੱਧਰ ਦੇ ਉੱਤੇ ਪ੍ਰਵਾਸ ਹੋ ਰਿਹਾ ਹੈਗਾ ਉਹ ਨਾ ਹੁੰਦਾ, ਬੇਗਾਨਗੀ ਵਾਲਾ ਕੰਮ ਨਾ ਵਾਪਰਦਾ। ਮੇਰੇ ਕਹਿਣ ਦਾ ਮਤਲਬ ਹੈ ਲਗਾਤਾਰ ਜੇ ਆਪਾਂ ਦੇਖੀਏ, ਇਹ ਜਿਹੜੇ ਅੰਕੜੇ ਦਿੱਤੇ ਨੇ ਮੈਡਮ ਸੀਤਾਰਮਨ ਨੇ, ਪਹਿਲਾਂ ਇੱਕ ਨੂੰ ਕਹਿਤਾ, ਫਿਰ ਦੂਜਿਆਂ ਨੂੰ ਕਹਿਤਾ, ਫਿਰ ਤੀਜਿਆਂ ਨੂੰ ਕਹਿਤਾ, ਹੁਣ ਕਹਿਤਾ ਕਿ ਕਿਸਾਨ ਆਪਦੀ ਫਸਲ ਜਿੱਥੇ ਮਰਜ਼ੀ ਵੇਚ ਸਕਦੇ ਨੇ, ਉਹਨਾਂ ਨੂੰ ਖੁੱਲ੍ਹ ਹੋਵੇਗੀ। ਕਿਸੇ ਵੇਲੇ ਸਰਕਾਰਾਂ ਨੇ ਇਹ ਸਿਸਟਮ ਬਣਾਇਆ ਸੀ ਕਿ ਨੇੜੇ ਤੋਂ ਨੇੜੇ ਤੁਸੀਂ ਆਪਦੀ ਫਸਲ ਨੂੰ ਵੇਚੋ, ਜਿਹੜਾ ਮੰਡੀਕਰਨ ਸਿਸਟਮ ਲਿਆਂਦਾ ਸੀ। ਹੁਣ ਕਿਹਾ ਗਿਆ ਕਿ ਤੁਸੀਂ ਜੀ ਜਿੱਥੇ ਮਰਜ਼ੀ ਵੇਚ ਸਕਦੇ ਹੋ। ਜੇ ਮੰਨ ਲਓ ਕਣਕ ਦਾ ਭਾਅ ਪੰਜਾਬ ਦੇ ਵਿੱਚ 1925 ਰੁਪਏ ਹੈਗਾ, ਹਰਿਆਣੇ ਦੇ ਵਿੱਚ 1950 ਰੁਪਏ ਕਰਤਾ, 25 ਰੁਪਏ ਕੁਇੰਟਲ ਪਿੱਛੇ 100 ਕਿਲੋਮੀਟਰ ਕੋਈ ਬੰਦਾ ਥੋੜੀ ਜਾਏਗਾ। ਬਿਲਕੁਲ,
ਉਹਨਾਂ ਉਸ ਨੂੰ ਕਿਰਾਇਆ ਪੈ ਜਾਵੇਗਾ। ਤਰੀਕਾ ਇਹ ਹੈ ਕਿ ਤੁਸੀਂ ਜੇ ਉਹਨਾਂ ਦੀ ਬਾਂਹ ਫੜਨੀ ਹੈ, ਜਿਹੜੇ ਇਸ ਵੇਲੇ ਕਰਜ਼ੇ ਉਹਨਾਂ ਤੇ ਪਏ ਨੇ, ਇਨਪੁਟਸ ਲਗਾਤਾਰ ਵੱਧ ਰਹੀਆਂ ਨੇ, ਉਹਨਾਂ ਇਨਪੁਟਸ ਨੂੰ ਘਟਾਉਣ ਦਾ ਯਤਨ ਕਰੋ। ਤੁਸੀਂ ਡੀਜ਼ਲ ਹੈ, ਡੀਜ਼ਲ ਦੇ ਉੱਤੇ ਨਾਲ ਦੀ ਨਾਲ ਐਕਸਾਈਜ਼ ਡਿਊਟੀ ਵਧਾਤੀ। ਜੇ ਰਾਹਤ ਦੇਣੀ ਸੀ ਸੀਤਾਰਮਨ ਨੇ ਜਾਂ ਪ੍ਰਧਾਨ ਮੰਤਰੀ ਨੇ, ਤਾਂ ਜਿਹੜਾ ਡੀਜ਼ਲ ਦੀ ਕੀਮਤ ਵਧੀ ਹੈ ਉਹਦੀ ਥਾਂ ਦੇ ਉੱਤੇ ਡੀਜ਼ਲ ਘਟਾਇਆ ਜਾਂਦਾ। ਬਿਲਕੁਲ, ਉਹਦੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਣਾ ਸੀ ਢਿੱਲੋਂ ਸਾਹਿਬ। ਬਿਲਕੁਲ ਫਾਇਦਾ ਹੋਣਾ ਸੀ। ਰਾਜਾਂ ਦੀਆਂ ਸਰਕਾਰਾਂ ਨੇ ਵੀ ਜਿਹੜੇ ਇਹਦੇ ਤੇ ਐਕਸਾਈਜ਼ ਡਿਊਟੀ ਜਾਂ ਸੈਸ ਲਾਤੇ ਨੇ, ਇਹ ਨਹੀਂ ਲੱਗਣੇ ਚਾਹੀਦੇ ਸੀ। ਇਹ ਜੇ ਇਸ ਵੇਲੇ ਸਥਿਤੀ ਤਾਂ ਇਹ ਹੈ ਕਿ ਬੰਦਾ ਜਿਹੜਾ ਕਿਸਾਨ ਹੈ ਉਹ ਗਲ ਤੱਕ ਕਰਜ਼ੇ ਵਿੱਚ ਡੁੱਬਿਆ ਪਿਆ। ਜੇ ਉਹਦੇ ਉੱਤੇ ਥੋੜਾ ਜਿਹਾ ਭਾਰ ਹੋਰ ਪਾਤਾ, ਉਹ ਜਿਹੜਾ ਹੈਗਾ ਉਸ ਤੋਂ ਬਾਹਰ ਹੋ ਜਾਏਗਾ। ਸਭ ਉਹੀ ਗੱਲ ਆ ਗਈ ਨਾ ਜਿਹੜੀ ਆਪਾਂ ਗੱਲ ਪਹਿਲਾਂ ਕਰਦੇ ਸੀ ਕਿ ਕਿਸਾਨ ਵਿਚਾਰਾ ਹੁਣ ਇਸ ਵੇਲੇ ਸਭ ਕੁਝ ਬੰਦ ਹੈ, ਸਿਰਫ ਕੀ ਚੱਲ ਰਿਹਾ ਖੇਤੀ ਸਿਸਟਮ। ਕਿਸਾਨਾਂ ਦੀ ਫਸਲ ਜਿਹੜੀ ਹੈ, ਜੇ ਅੰਨਦਾਤਾ ਨਹੀਂ ਬੀਜ ਰਿਹਾ, ਜੇ ਉਹਦਾ ਸਹੀ ਮੁੱਲ ਨਹੀਂ ਮਿਲਦਾ, ਤੇ ਫਿਰ ਲੋਕ ਫਿਰ ਤਾਂ ਭੁੱਖੇ ਮਰਨ ਵਾਲਾ ਕੰਮ ਹੋ ਜਾਣਾ। ਫਿਰ ਤਾਂ ਉਹੀ ਗੱਲ ਹੋ ਗਈ ਨਾ, ਇਹ ਕਹਿੰਦੇ ਨੇ ਕਰਜ਼ਾ ਲੈ ਲਓ, ਕਰਜ਼ਾ ਲੈ ਲਓ, ਪੱਲੇ ਨਾ ਧੇਲਾ ਕਰਦੀ ਮੇਲਾ ਮੇਲਾ। ਉਹ ਕੰਮ ਕੀਤਾ ਇਹਨਾਂ ਨੇ ਕਿਸਾਨਾਂ ਨਾਲ। ਨਹੀਂ, ਬਿਲਕੁਲ ਉਸੇ ਤਰ੍ਹਾਂ ਦਾ ਕੰਮ ਕੀਤਾ ਹੈਗਾ। ਜਿਹੜਾ ਇਹ ਅੱਜ ਅੰਕੜੇ ਦਿੱਤੇ ਨੇ, ਅੰਕੜਾ ਦਾ ਜਾਦੂਗਰ ਮਾਹਰ ਇਹਦੇ ਤੇ ਆਪਣੀਆਂ ਰਿਪੋਰਟਾਂ ਬਣਾ ਰਹੇ ਨੇ। ਜਦੋਂ ਵੀ ਸਾਨੂੰ ਇਹ ਸਾਰਿਆਂ ਨੂੰ ਸਮਝ ਆਵੇਗੀ, ਉਦੋਂ ਬਹੁਤ ਦੇਰ ਹੋ ਚੁੱਕੀ ਹੋਵੇਗੀ। ਪ੍ਰਧਾਨ ਮੰਤਰੀ ਸਾਹਿਬ ਗੱਲਾਂ ਦਾ ਕੜਾਹ ਬਣਾਉਣ ਦੇ ਵਿੱਚ ਬਹੁਤ ਐਕਸਪਰਟ ਨੇ। ਦੇਖੋ, ਜੇ 50 ਪਰਿਵਾਰ 68 ਹਜ਼ਾਰ ਕਰੋੜ ਦਾ ਕਰਜ਼ਾ ਢਕਾਰ ਕੇ ਉਹਨਾਂ ਦੇ ਜਿਹੜੇ ਪੈਸੇ ਨੇ ਉਹ ਵੱਟੇ ਖਾਤੇ 'ਚ ਪਾ ਦਿੱਤੇ ਨੇ, ਤੇ ਚੰਗਾ ਹੁੰਦਾ ਜੇ ਉਹਦੇ ਨਾਲ ਕਿਸਾਨਾਂ ਦੇ ਉੱਤੇ ਜਿਹੜਾ ਕਰਜ਼ਾ ਚੜਿਆ ਹੋਇਆ ਸਿਰ ਤੇ, ਉਹਦੇ 'ਚ ਨਾ ਪੂਰਾ ਚੌਥਾ ਹਿੱਸਾ ਹੀ ਮਾਫ ਕਰਦਾ ਐਲਾਨ ਕਰ ਦਿੱਤਾ ਜਾਂਦਾ ਕਿ ਸਪੋਜ਼ ਲਓ ਜੀ ਅਸੀਂ 50-50 ਹਜ਼ਾਰ ਰੁਪਈਆ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਕਰਤਾ, ਤਾਂ ਕਿਸਾਨ ਨੂੰ ਕੁਛ ਰਾਹਤ ਮਹਿਸੂਸ ਹੋਣੀ ਸੀ। ਇੱਥੇ ਤਾਂ ਜਿਹੜੇ ਚੰਦ ਪਰਿਵਾਰ ਚੋਣਾਂ ਵੇਲੇ ਇਹਨਾਂ ਦੇ ਨਾਲ ਖੜਦੇ ਨੇ, ਵੱਡੇ ਵੱਡੇ ਚੰਦੇ ਦਿੰਦੇ ਨੇ, ਉਹਨਾਂ ਨੂੰ ਮੱਦੇ ਨਜ਼ਰ ਰੱਖ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੈਂ 1.5 ਗੁਣਾ ਆਮਦਨ ਕਰ ਦੇਵਾਂਗਾ। ਉਹ ਕਹਿੰਦੇ ਆ ਵੀ ਤੁਸੀਂ 1.5 ਗੁਣਾ ਆਮਦਨ ਦੀ ਗੱਲ ਛੱਡੋ, ਜਿਹੜੀ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਪਈ ਹੈ ਉਸ ਤੇ ਵਿਧਾਨ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਲਿਆ ਕੇ ਪਾਸ ਕਰਕੇ ਕਿਸਾਨਾਂ ਨੂੰ 50% ਮੁਨਾਫਾ ਪਾ ਕੇ ਉਹਦੇ ਵਿੱਚ ਉਹ ਫਸਲਾਂ ਦੇ ਭਾਅ ਦੇ ਦਿਓ। ਕਿਸਾਨ ਕੋਈ ਰਿਆਇਤ ਥੋਤੋਂ ਮੰਗਦਾ ਹੀ ਨਹੀਂ। ਬਿਲਕੁਲ। ਸੋ ਪਰ ਉਸ ਪਾਸੇ ਦਿੱਤਾ ਨਹੀਂ ਜਾ ਰਿਹਾ। ਲਗਾਤਾਰ ਅਸੀਂ ਜਿਹੜਾ ਹੈਗਾ ਇਹ ਸਾਰੇ ਸਿਸਟਮ ਨੂੰ ਉਲਝਾਉਣ ਵਾਲੇ ਪਾਸੇ ਜਾ ਰਹੇ ਹਾਂ। ਅਜੇ ਹੋਰ ਰਿਆਇਤਾਂ ਆਉਣੀਆਂ ਨੇ। ਅੱਜ ਲਾਕਡਾਊਨ ਜਿਹੜਾ ਚੌਥਾ ਸ਼ੁਰੂ ਹੋਣਾ ਹੈ 17 ਤੋਂ ਬਾਅਦ 18 ਮਈ ਨੂੰ, ਉਹਦੇ ਬਾਰੇ ਗੱਲ ਕੀਤੀ ਜਾਣੀ ਹੈ। ਪਹਿਲਾਂ ਲਾਕਡਾਊਨ ਚੌਥਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਿਹੜੇ 3 ਲਾਕਡਾਊਨ ਹੋਏ ਸੀ, ਪ੍ਰਧਾਨ ਮੰਤਰੀ ਸਾਹਿਬ ਨੇ ਆਪਣੀਆਂ ਫਾਰਮੈਲਿਟੀਆਂ ਕਰ ਲਈਆਂ। ਸਾਰੇ ਮੁੱਖ ਮੰਤਰੀਆਂ ਦੇ ਨਾਲ ਬੈਠ ਕੇ ਉਹਨਾਂ ਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ, ਉਹਨਾਂ ਦੀ ਰਾਏ ਲਈ ਵੀਡੀਓ ਕਾਨਫਰੰਸ ਦੇ ਜ਼ਰੀਏ। ਉਹ ਸਾਰਾ ਕੁਝ ਜਿਹੜਾ ਸੀਗਾ, ਉਹ ਕੁਝ 4-5 ਹੈਗੇ ਨੇ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਜਿਹੜਾ ਹੈਗਾ ਵਧਾ ਦੇਣਾ ਚਾਹੀਦਾ। ਇਹਦੇ ਉਲਟ ਕੁਝ ਬੰਦਿਆਂ ਨੇ ਇਹ ਕਿਹਾ ਸੀ ਕਿ ਨਹੀਂ, ਹੁਣ ਪਟੜੀ ਤੇ ਜਿਹੜੀ ਹੈ ਜ਼ਿੰਦਗੀ ਲਿਆਉਣੀ ਚਾਹੀਦੀ ਹੈ, ਜਿਹੜਾ ਕਾਰੋਬਾਰ ਤੋਰਨੇ ਚਾਹੀਦੇ ਨੇ। ਜੇ ਕਾਰੋਬਾਰ ਤੋਰਨ ਵਾਲੇ ਜਿਹਦੇ ਗਿਣਤੀ ਤਾਂ ਲਗਾਤਾਰ ਵਧੀ ਜਾਂਦੀ ਹੈ, ਫਿਰ ਕਾਰੋਬਾਰ ਤੋਰਨ ਵਾਲੇ ਪਾਸੇ ਤਾਂ ਕਦਮ ਚੱਕ ਲੈਂਦੇ। ਜੇ ਕਾਰੋਬਾਰ ਤੁਰਦੇ ਤਾਂ ਅੱਜ ਜਿਹੜੇ ਪ੍ਰਵਾਸੀ ਮਜ਼ਦੂਰ ਲਗਾਤਾਰ ਭੱਜੇ ਜਾ ਰਹੇ ਨੇ, ਜਿਨ੍ਹਾਂ ਬਾਰੇ ਆਪਾਂ ਵਿਸਥਾਰ 'ਚ ਬਾਅਦ 'ਚ ਗੱਲ ਕਰਦੇ ਹਾਂ, ਤਾਂ ਉਹਨਾਂ ਨੂੰ ਇਹ ਨਾ ਜਾਣਾ ਪੈਂਦਾ। ਚੰਗਾ ਇਹ ਹੁੰਦਾ ਕਿ ਕੁਝ ਕੰਮ ਹੌਲੀ ਹੌਲੀ ਸ਼ੁਰੂਆਤ ਕੀਤੀ ਜਾਂਦੀ। ਜਿਹੜਾ ਅੱਜ ਇਹ ਕਹਿ ਰਿਹਾ ਕਿ ਕਈ ਜਿਹੜੇ ਪੰਜਾਬ ਦੇ ਵਿੱਚ ਬੈਠੇ ਨੇ ਸੱਤਾਧਾਰੀ ਧਿਰ ਦੇ ਨਾਲ ਭਾਈਵਾਲ, ਅੱਡੀਆਂ ਚੱਕ ਕੇ ਕਹਿ ਰਹੇ ਨੇ ਕਿ ਉੱਥੋਂ ਦਾਲ ਆ ਗਈ, ਕਣਕ ਆ ਗਈ, ਵੰਡੀ ਨਹੀਂ। ਕੱਲ੍ਹ ਹੀ ਮੈਂ ਇੱਕ ਰਿਪੋਰਟ ਪੜ੍ਹੀ ਹੈ, ਜਿਹੜੀ ਖੁਰਾਕ ਤੇ ਸਪਲਾਈ ਵਿਭਾਗ ਦੀ ਡਾਇਰੈਕਟਰ ਹੈ ਆਨੰਦਤਾ ਮਿੱਤਰਾ, ਉਹਨਾਂ ਦਾ ਬਿਆਨ ਹੈ ਕਿ ਉਹ ਲੋਕ, ਉਹ ਅਧਿਕਾਰੀ ਜਿਨ੍ਹਾਂ ਨੇ ਇਹ ਦਾਲ ਕਣਕ ਰਿਸੀਵ ਕੀਤੀ ਹੈ, ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੀ ਦਾਲ ਇਹਨਾਂ ਕੋਲੇ ਆਈ ਹੈ, ਉਹ ਕਹਿੰਦੇ ਨਾ ਖਾਣ ਯੋਗ ਹੈ, ਉਹਦੇ ਵਿੱਚ ਕਬੂਤਰਾਂ ਦੀਆਂ ਬਿੱਠਾਂ ਨੇ, ਉਹ ਮਨੁੱਖੀ ਸਿਹਤ ਵਾਸਤੇ ਖਿਲਵਾੜ ਹੋ ਸਕਦੀ ਹੈ। ਤੇ ਹੁਣੇ ਬੀਬੀ ਜੀ ਉੱਠ ਕੇ ਜਵਾਬ ਦੇਣ ਕਿ ਉਹ ਜਿਹੜੀ ਦਾਲ ਭੇਜੀ ਗਈ ਹੈ ਉਹ ਸਬ ਸਟੈਂਡਰਡ ਕਿਉਂ ਭੇਜੀ ਗਈ ਹੈ, ਕੇਂਦਰ ਦਾ ਕਿਹੜਾ ਮੰਤਰਾਲਾ ਉਹਦੇ ਵਾਸਤੇ ਜ਼ਿੰਮੇਵਾਰ ਹੈ। ਢਿੱਲੋਂ ਸਾਹਿਬ ਬੋਲਣ ਕਿੱਦਾਂ? ਬੋਲਣ ਤਾਂ ਨਾ ਜੇ ਇਹਨਾਂ ਨੂੰ ਆਪਣੀ ਆਟਾ ਦਾਲ ਸਕੀਮ ਦਾ ਨਾ ਪਤਾ ਹੋਵੇ। ਹਾਲ ਤਾਂ ਉਹਦਾ ਵੀ ਇਹੋ ਜਿਹਾ ਹੁੰਦਾ ਸੀ, ਕਿਹੋ ਜਿਹੀ ਕਣਕ ਹੁੰਦੀ ਸੀ, ਕਿਹੋ ਜਿਹਾ ਆਟਾ ਬਣਾ ਕੇ ਉਹਦਾ ਭੇਜ ਦਿੰਦੇ ਸੀ। ਅਸੀਂ ਤਾਂ ਕਈ ਡਲੇ ਦੇਖੇ ਨੇ, ਗਲੀਆਂ ਕਣਕਾਂ ਦੇਖੀਆਂ, ਉਹਦੇ ਵਿੱਚ ਜਿਹੜੀਆਂ ਲੋਕਾਂ ਤੱਕ ਪਹੁੰਚ ਜਾਂਦੀਆਂ। ਸੁਖਵਿੰਦਰ, ਮੈਂ ਇਹ ਗੱਲ ਕਹਿਣਾ ਕਿ ਸਰਕਾਰਾਂ ਦੀਆਂ ਜਿਹੜੀਆਂ ਇਹ ਨੀਤੀਆਂ ਸੀ, ਪਹਿਲੀ ਗੱਲ, ਸਰਕਾਰ ਨੇ ਇਸ ਦੇਸ਼ ਦੀ ਵੱਧ ਰਹੀ ਆਬਾਦੀ ਨੂੰ ਰੋਕਣ ਦਾ ਕੋਈ ਉਪਰਾਲਾ ਨਹੀਂ ਕੀਤਾ, ਸਿਵਾਏ ਐਮਰਜੈਂਸੀ ਦੇ ਮੌਕੇ ਸੰਜੇ ਗਾਂਧੀ ਨੇ ਕੀਤਾ ਸੀ। ਸੰਜੇ ਗਾਂਧੀ ਨੇ ਇਸ ਨੂੰ ਸਖਤੀ ਨਾਲ ਕਰਵਾਇਆ। ਉਹ ਰੂਪ ਹੋਰ ਧਾਰਨ ਕਰ ਗਿਆ। ਉਹ ਜਿਹੜਾ ਢੰਗ ਸੀ ਉਹ ਗਲਤ ਹੋ ਸਕਦਾ ਹੈ, ਪਰ ਜਿਹੜਾ ਉਹ ਉਸ ਵੇਲੇ ਕੀਤਾ ਜਾ ਰਿਹਾ ਸੀ ਉਹ ਮਾੜਾ ਨਹੀਂ ਸੀ। ਜੇ ਆਬਾਦੀ ਕੰਟਰੋਲ ਹੁੰਦੀ ਤਾਂ ਇੰਨੀਆਂ ਸਮੱਸਿਆਵਾਂ ਨਾ ਆਉਂਦੀਆਂ। ਨਾ ਇੰਨੇ ਟਰਾਂਸਪੋਰਟ ਸਾਧਨ ਦੀ ਲੋੜ ਸੀ, ਨਾ ਇੰਨੇ ਘਰਾਂ ਦੀ ਲੋੜ ਸੀ, ਨਾ ਉਨੇ ਅਨਾਜ ਦੀ ਲੋੜ ਸੀ।
ਇਹਦੇ ਵਿੱਚ ਅਸੀਂ ਲਗਾਤਾਰ ਫੇਲ ਹੋਏ ਹਾਂ ਔਰ ਲਗਾਤਾਰ ਫੇਲ ਹੁੰਦੇ ਗਏ ਹਾਂ। ਦੂਜੀ ਗੱਲ ਇਹ ਹੈਗੀ ਹੈ ਕਿ ਅਸੀਂ ਹੁਣ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਆਤਮ ਨਿਰਭਰ ਬਣਾਉਣਾ ਭਾਰਤ ਨੂੰ। ਆਤਮ ਨਿਰਭਰ ਕਿਹਨੂੰ ਬਣਾਉਣਾ ਹੈ? ਚੰਦ ਪਰਿਵਾਰਾਂ ਨੂੰ। ਬਿਲਕੁਲ। ਬੇ ਦੂਜੇ ਲੋਕ ਨੇ ਉਹ ਤਾਂ ਰੋਟੀ ਦੇ ਪਏ ਨੇ, ਭੁੱਖਣ ਭਾਣੇ ਨੇ। ਤੁਸੀਂ ਉਹਨਾਂ ਵਾਸਤੇ ਕੀਤਾ ਕੀ ਹੈ? ਇਹਨਾਂ ਸਾਰੀਆਂ ਸਰਕਾਰਾਂ ਨੇ, ਖਾਸ ਕਰ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ, ਇਹਨਾਂ ਨੇ ਜਦੋਂ ਸ਼ੁਰੂਆਤ ਕੀਤੀ ਮੁਕਤਖੋਰੀ ਦੀ ਸਭ ਤੋਂ ਪਹਿਲਾਂ, ਉਦੋਂ ਬੀਬੀ ਰਜਿੰਦਰ ਕੌਰ ਭੱਠਲ ਮੁੱਖ ਮੰਤਰੀ ਹੁੰਦੇ ਸੀ 96 'ਚ। ਇਹਨਾਂ ਨੇ ਕੀਤਾ ਸੀ ਮੁਕਤਖੋਰੀ। ਬੀਬੀ ਭੱਠਲ ਨੇ ਉਸ ਵੇਲੇ ਲਿਆਂਦਾ ਵੀ 7 ਏਕੜ ਵਾਲਿਆਂ ਦੀ ਅਸੀਂ ਬਿਜਲੀ ਮਾਫ ਕਰ ਦਿੰਦੇ ਹਾਂ। ਬਾਦਲ ਸਾਹਿਬ ਨੇ ਉਦੋਂ ਬਿਆਨ ਦਿੱਤਾ ਤਾਂ ਕਿ ਸਾਡਾ ਬਸਤਾ ਚੋਰੀ ਹੋ ਗਿਆ। ਨਾਲ ਬੀਬੀ ਨੇ ਬਿਆਨ ਦਿੱਤਾ ਕਿ ਬਾਦਲ ਇੱਕ ਨਲਾਇਕ ਵਿਦਿਆਰਥੀ ਹੈ ਜਿਹਦਾ ਬਸਤਾ ਹੀ ਚੋਰੀ ਹੋ ਗਿਆ, ਬਸਤੇ ਦੀ ਰਾਖੀ ਨਹੀਂ ਕਰ ਸਕਦਾ। ਇਹ ਮੁਕਤਖੋਰੀ ਦਾ ਜਿਹੜਾ ਕੰਮ ਸੀ ਉਸ ਵੇਲੇ ਤੋਂ ਸ਼ੁਰੂ ਹੋਇਆ ਔਰ ਲਗਾਤਾਰ ਇਹ ਵੱਧਦਾ ਜਾ ਰਿਹਾ ਹੈ। ਚੰਗਾ ਤਾਂ ਇਹ ਸੀ ਕਿ ਲੋਕਾਂ ਨੂੰ ਰੁਜ਼ਗਾਰ ਦੇ ਕੇ ਆਤਮ ਨਿਰਭਰ ਬਣਾਉਂਦੇ। ਬਿਲਕੁਲ। ਪਹਿਲਾਂ ਸੈਲਫ ਡਿਪੈਂਡੈਂਟ ਬਣਾ ਲੈਂਦੇ। ਜਿਵੇਂ ਹੁਣ ਗੱਲ ਮੇਕ ਇਨ ਇੰਡੀਆ ਦੀ ਕਰਦੇ ਰਹੇ, ਉਹਦੇ ਵਿੱਚ ਕੋਈ ਅਮਲੀ ਜਾਮਾ ਤਾਂ ਪਹਿਨਾਇਆ ਨਹੀਂ, ਬਸ ਇੱਕੋ ਸ਼ੇਰ ਜਿਹਾ ਬਣਾਤਾ, 4 ਚੱਕੇ ਲਾਤੇ, ਉਹ ਘੁੰਮਦਾ ਤੇ ਮੇਕ ਇਨ ਇੰਡੀਆ ਆਇਆ, ਬਸ ਦਿਖਾਵਾ ਹੀ ਦਿਖਾਵਾ। ਮੇਰੇ ਕਹਿਣ ਦਾ ਮਤਲਬ ਲਗਾਤਾਰ ਇਹੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਹੈਗਾ ਕਿ ਇਹ ਠੀਕ ਨੀਤੀਆਂ ਨਹੀਂ ਹੈਗੀਆਂ। ਅੱਜ ਜੇ ਆਪਾਂ ਗੱਲ ਕਰੀਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ, ਅਸੀਂ ਉਹਦੇ ਕੋਈ ਹਮੈਤੀ ਬਣ ਕੇ ਨਹੀਂ ਬੈਠੇ ਹੋਏ। ਉਸ ਨੇ ਪਿਛਲੇ ਸਮੇਂ ਦੌਰਾਨ ਦਾਅਵਾ ਕੀਤਾ ਹੈ ਕਿ ਮੈਂ 5-5 ਹਜ਼ਾਰ ਰੁਪਈਏ ਜਿਹੜੇ ਮਜ਼ਦੂਰ ਹੈ ਇਹਨਾਂ ਸਾਰਿਆਂ ਦੇ ਖਾਤੇ ਦੇ ਵਿੱਚ ਪਾਏ ਨੇ। ਤੇ ਕੱਲ੍ਹ ਇੱਕ ਹੋਰ ਐਲਾਨ ਕਰਤਾ ਕਿ ਅਗਲੇ ਸਮੇਂ ਵਿੱਚ ਅਸੀਂ 5-5 ਹਜ਼ਾਰ ਰੁਪਈਆ ਹੋਰ ਇਹਨਾਂ ਦੇ ਖਾਤਿਆਂ ਵਿੱਚ ਪਾਉਣ ਜਾ ਰਹੇ ਹਾਂ। ਚੰਗੀ ਗੱਲ ਹੈ। ਇਹ ਮੌਕੇ ਦੀ ਰਾਹਤ ਦੀ ਲੋੜ ਸੀ। ਜੇ 5,000 ਰੁਪਈਆ ਅੱਜ ਕਿਸੇ ਗਰੀਬ ਪਰਿਵਾਰ ਦੇ ਖਾਤੇ 'ਚ ਆ ਜੇ, ਘੱਟੋ ਘੱਟ 1 ਮਹੀਨਾ ਪਰਿਵਾਰ ਚਲਾਉਣ ਵਾਸਤੇ ਉਹਦੇ ਕੋਲੇ ਸਮਾਂ ਆ ਜਾਏਗਾ। ਜਦੋਂ ਕੰਮ ਚੱਲੇਗਾ ਉਸ ਤੋਂ ਬਾਅਦ ਉਹ ਆਤਮ ਨਿਰਭਰ ਹੋਵੇਗਾ। ਤੁਸੀਂ ਇਹਨਾਂ ਲੋਕਾਂ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਪਹਿਲਾਂ ਕੀ ਕੀਤਾ? ਇਹਦਾ ਮਤਲਬ ਪਹਿਲਾਂ ਇੱਥੇ ਸਾਰੇ ਨਲਾਇਕ ਬੰਦੀ ਆਏ ਸੀ, ਹੁਣ ਤੁਸੀਂ ਆਤਮ ਨਿਰਭਰ ਬਣਾਉਣ ਲੱਗੇ ਹੋ। ਗੱਲਾਂ ਦੇ ਕੜਾਹ ਨਾਲ, ਜੁਮਲਿਆਂ ਨਾਲ ਕੁਝ ਨਹੀਂ ਬਣਨਾ। ਪ੍ਰਧਾਨ ਮੰਤਰੀ ਸਾਹਿਬ 20 ਲੱਖ ਕਰੋੜ ਛੱਡਣ, 20,000 ਕਰੋੜ ਦੀ ਸਹਾਇਤਾ ਹੀ ਡਾਇਰੈਕਟ ਲੋਕਾਂ ਦੇ ਖਾਤਿਆਂ ਦੇ ਵਿੱਚ ਪਾ ਦੇਣ ਤਾਂ ਲੋਕ ਸਮਝਣਗੇ ਕਿ ਹਾਂ ਸਾਡੇ ਕੋਈ ਭਲੇ ਦੀ ਗੱਲ ਕੀਤੀ ਹੈ। 20 ਲੱਖ ਦੀ ਜਗ੍ਹਾ ਤੁਸੀਂ 20 ਕਰੋੜ ਬਣਾ ਦਿਓ, ਅੱਗੇ ਅਰਬ ਬਣਾ ਦਿਓ। ਬਿਲਕੁਲ, ਉਹਦਾ ਕੋਈ ਉਹ ਨਹੀਂ ਨਿਕਲਣਾ। ਬਿਲਕੁਲ ਉਹੀ ਢਿੱਲੋਂ ਸਾਹਿਬ ਇੱਕ ਅਖਬਾਰੀ ਜਿਵੇਂ ਬਿਆਨ ਕਹਿ ਦਿੰਦੇ ਨੇ ਕਿ ਵੱਡੀ ਸਾਰੀ ਸੁਰਖੀ ਛਪ ਜੇ, ਗਿਣਤੀ ਦਾ ਪਤਾ ਨਾ ਲੱਗੇ ਕਿ ਕਿੰਨੀਆਂ ਜ਼ੀਰੋ ਪਿੱਛੇ ਲੱਗ ਗਈਆਂ। 20 ਲੱਖ ਕਰੋੜ ਦਾ ਪੈਕੇਜ, ਵੱਡੀ ਸਾਰੀ ਗਿਣਤੀ, ਇੱਕ ਹੈਡਲਾਈਨ ਬਣ ਜੇ ਅਖਬਾਰ ਦੇ ਵਿੱਚ। ਦੂਜੀ ਗੱਲ ਇਹ ਕਿ ਆਪਾਂ ਆਰਥਿਕਤਾ ਦੀ ਜੇ ਗੱਲ ਆਪਾਂ ਕਹਿ ਰਹੇ ਹਾਂ ਕਿ ਬੰਦੇ ਨੂੰ ਕਿਹਾ ਜਾ ਰਿਹਾ ਕਿ ਤੈਨੂੰ ਸੈਲਫ ਡਿਪੈਂਡੈਂਟ ਹੋ ਜਾਣਾ, ਆਤਮ ਨਿਰਭਰ ਹੋ ਜਾਣਾ, ਪਰ ਲੋਕ ਜਿਵੇਂ ਆਪਾਂ ਕਿਹਾ ਕਿ ਕੇਜਰੀਵਾਲ ਨੇ 5-5 ਹਜ਼ਾਰ ਦਿੱਤਾ, ਲੋਕਾਂ ਦੇ ਮਨ ਤੋਂ ਟੈਨਸ਼ਨ ਉਤਰ ਗਈ। ਲੋਕ ਹੁਣ ਸੋਚਣਗੇ ਕਿ ਅਸੀਂ ਆਤਮ ਨਿਰਭਰ ਹੋਈਏ, ਨਾ ਕਿ ਆਤਮ ਹੱਤਿਆ ਕਰੀਏ। ਪਰ ਇਸ ਦੇ ਉਲਟ ਹੋਰ ਕੁਝ ਹੋ ਰਿਹਾ। ਜਿੱਥੇ ਲੋਕਾਂ ਤੱਕ ਸਹਾਇਤਾ ਨਹੀਂ ਪਹੁੰਚ ਰਹੀ, ਆਪਾਂ ਦੇਖ ਰਹੇ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਕੇਸ ਇਹੋ ਜਿਹੇ ਸਾਹਮਣੇ ਆ ਰਹੇ ਨੇ, ਕੋਈ ਆਤਮ ਹੱਤਿਆ ਕਰ ਰਿਹਾ। ਹਾਲਾਂਕਿ ਇਹੋ ਜਿਹਾ ਨਹੀਂ ਕਰਨਾ ਚਾਹੀਦਾ, ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ, ਪਰ ਲੋਕ ਮਜਬੂਰ ਹੋ ਚੁੱਕੇ ਨੇ। ਕਰਨ ਕੀ? ਲੋਕਾਂ ਦੇ ਢਿੱਡ 'ਚ ਰੋਟੀ, ਅੰਨ ਦਾ ਦਾਣਾ ਪਹੁੰਚਦਾ ਨਹੀਂ। ਬੱਚਿਆਂ ਨੂੰ ਦੇਖ ਕੇ ਉਹ ਵਿਲਕ ਰਹੇ ਨੇ ਕਿ ਸਾਡੇ ਬੱਚਿਆਂ ਨੂੰ ਰੋਟੀ ਨਹੀਂ ਮਿਲਦੀ। ਲੋਕ ਤਰਸ ਰਹੇ ਨੇ। ਦੇਖੋ, ਇਸ ਮਾਮਲੇ ਦੇ ਵਿੱਚ ਜਿਹੜੇ ਠੰਡੇ ਕਮਰਿਆਂ ਦੇ ਵਿੱਚ ਵੀਡੀਓ ਕਾਨਫਰੰਸਾਂ ਰਾਹੀਂ ਤੁਸੀਂ ਗੱਲਾਂ ਕਰੋਗੇ, ਅਧਿਕਾਰੀਆਂ ਨੂੰ ਲੋਕਾਂ ਦੇ ਵਿੱਚ ਭੇਜੋਗੇ, ਉਹਨਾਂ ਅਧਿਕਾਰੀਆਂ ਨੇ ਵੀ ਡੀਸੀਆਂ ਦੇ ਦਫ਼ਤਰਾਂ 'ਚ ਬੈਠਣਾ, ਇੱਕ ਅੱਧੀ ਥਾਂ ਤੇ ਗੇੜਾ ਕੱਢਣਾ ਤੇ ਜਾ ਕੇ ਰਿਪੋਰਟ ਬਣਾ ਦੇਣੀ ਹੈ। ਅੱਜ ਜਿਹੜੇ ਐਮਐਲਏ ਨੇ, ਐਮਪੀ ਨੇ, ਭਾਵੇਂ ਕਾਉਂਸਲਰ ਵਗੈਰਾ ਨਾਮਜ਼ਦ ਕੀਤੇ ਹੋਏ ਨੇ, ਪਰ ਫਿਰ ਵੀ ਉਹ ਲੋਕਾਂ ਦੇ ਵਿੱਚੋਂ ਨੇ। ਸਰਪੰਚ ਨੇ, ਪੰਚ ਨੇ, ਉਹਨਾਂ ਦੀ ਰਾਏ ਲਈ ਜਾਂਦੀ ਵੀ ਕਿਵੇਂ ਕੀਤਾ। ਜਦੋਂ ਇਹ ਲਾਕਡਾਊਨ ਹੋਇਆ ਸੀ, ਪਹਿਲੀ ਗੱਲ ਤਾਂ ਇਹ ਲਾਕਡਾਊਨ ਕਰਨ ਵਾਸਤੇ ਇਸ ਦੇਸ਼ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਕਾਹਲੀ ਵਰਤੀ। ਲੋਕਾਂ ਨੂੰ 1 ਹਫ਼ਤੇ ਦਾ ਸਮਾਂ ਦੇ ਦੇਣਾ ਚਾਹੀਦਾ ਸੀ ਕਿ ਤੁਹਾਨੂੰ 1 ਹਫ਼ਤੇ ਦਾ ਸਮਾਂ ਦਿੱਤਾ, 1 ਹਫ਼ਤੇ ਦੇ ਵਿੱਚ ਤੁਸੀਂ ਆਪਦੇ ਲੋੜ ਜੋਗੇ ਹੈ। ਇਹ ਜਿਹੜੀ ਅੱਜ 20 ਲੱਖ ਕਰੋੜ ਐਲਾਨ ਕਰ ਰਹੇ ਨੇ, ਉਸ ਵੇਲੇ ਜੇ 20 ਕਰੋੜ ਵੀ ਜਾਂ 200 ਕਰੋੜ 400 ਕਰੋੜ ਲੋਕਾਂ ਦੇ ਡਾਇਰੈਕਟ ਖਾਤਿਆਂ 'ਚ ਪਾ ਦਿੱਤਾ ਜਾਂਦਾ ਕਿ ਤੁਸੀਂ 2-2 ਮਹੀਨਿਆਂ ਵਾਸਤੇ ਆਪਦਾ ਰਾਸ਼ਨ ਪਾਣੀ ਖਰੀਦ ਲਓ, ਤੁਹਾਨੂੰ ਘਰਾਂ 'ਚ ਬੈਠਣਾ ਪੈ ਸਕਦਾ ਹੈਗਾ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅਸੀਂ ਇਹ ਦੇਖਿਆ ਕਿ ਉਹ ਇਲਜ਼ਾਮ ਲਾਉਂਦੇ ਨੇ ਕਿ ਕਿਰਾਏ ਮੰਗ ਰਹੇ ਨੇ। ਲੁਧਿਆਣਾ, ਹੋਰ ਵੱਡੇ ਸ਼ਹਿਰਾਂ ਦੇ ਵਿੱਚ ਕੁਝ ਲੋਕਾਂ ਨੇ ਥੋੜ੍ਹੀ ਬਹੁਤੀ ਇਨਵੈਸਟਮੈਂਟ ਕਰਕੇ ਇੱਕ ਕਮਰੇ ਦੇ 15 ਕਮਰੇ ਬਣਾ ਲਏ। ਉਹ 1000 ਰੁਪਏ ਕਿਰਾਏ ਤੇ ਦੇਤੇ, 20,000 ਹੋ ਗਿਆ। ਉਹ ਜਿਹੜੇ ਬੰਦੇ ਨੇ ਬਣਾਏ ਸੀ ਉਹਦੀ ਉਹ 20,000 ਰੁਪਏ ਆਮਦਨ ਹੋ ਗਈ। ਹੁਣ ਮਜ਼ਦੂਰਾਂ ਨੂੰ ਕੰਮ ਨਹੀਂ, ਉਸ ਬੰਦੇ ਦਾ ਜਿਹੜਾ ਰੁਜ਼ਗਾਰ ਹੈ ਉਹ 20,000 ਤੇ ਹੀ ਚੱਲਦਾ ਹੈ। ਉਹੋ ਜਿਹੇ ਲੋਕਾਂ ਦੀ ਆਰਥਿਕ ਮਦਦ ਕੀਤੀ ਜਾਣੀ ਚਾਹੀਦੀ। ਸਰਕਾਰ ਕਰਦੀ ਕਿ ਜਿਹੜਾ 20,000 ਕਰੋੜ ਤਾਂ ਤੈਨੂੰ ਨਹੀਂ, 20,000 ਤਾਂ ਤੈਨੂੰ ਨਹੀਂ ਮਿਲਣਾ,
ਇਹ 500 ਦੇ ਹਿਸਾਬ ਨਾਲ ਤੂੰ ਆ 10,000 ਰੁਪਏ ਚੱਕ, ਮਜ਼ਦੂਰਾਂ ਤੋਂ ਪੈਸੇ ਨਹੀਂ ਲੈਣੇ। ਬਿਲਕੁਲ ਕੰਮ ਤਾਂ ਅਸੀਂ ਉਹੋ ਜਿਹਾ ਕਰਨ ਦੀ ਜ਼ਰੂਰਤ ਆਇਡੈਂਟੀਫਾਈ ਕੀਤਾ ਜਾਂਦਾ। ਉਹ ਜਿਹੜਾ ਇੱਕ ਹਫ਼ਤਾ ਸੀ ਡੀਸੀਆਂ ਨੂੰ, ਐਸਡੀਐਮਾਂ ਨੂੰ, ਸਾਰਿਆਂ ਨੂੰ ਆਇਡੈਂਟੀਫਿਕੇਸ਼ਨ ਤੇ ਲਾਉਂਦੇ ਵੀ ਕਿੰਨੇ ਲੋਕ ਨੇ ਜਿਹੜਿਆਂ ਨੂੰ ਇਸ ਵੇਲੇ ਆਰਥਿਕ ਪੱਖੋਂ ਲੋੜ ਹੈ, ਭੋਜਨ ਦੀ ਲੋੜ ਹੈ, ਦੂਜੀਆਂ ਚੀਜ਼ਾਂ ਦੀ ਲੋੜ ਹੈ, ਉਹਨਾਂ ਨੂੰ ਕਿਵੇਂ ਦੇਣਾ। ਜਾਂ ਜੇ ਸਮਾਜ ਸੇਵੀ ਸੰਸਥਾਵਾਂ ਸਾਹਮਣੇ ਆਈਆਂ ਨੇ, ਤੁਸੀਂ ਦੇਖੋ ਵੀ ਕਿੰਨੇ ਕਰੋੜਾਂ ਰੁਪਈਆ, ਭਾਵੇਂ ਉਹ ਪ੍ਰਧਾਨ ਮੰਤਰੀ ਰਾਹਤ ਫੰਡ ਹੈ ਜਾਂ ਮੁੱਖ ਮੰਤਰੀ ਰਾਹਤ ਫੰਡ ਨੇ, ਉਹਦੇ ਵਿੱਚ ਦਿੱਤੇ ਜਾਂਦੇ ਨੇ। ਉਹਨਾਂ ਦਾ ਕੋਈ ਹਿਸਾਬ ਕਿਤਾਬ ਅੱਜ ਤੱਕ ਹੈ? ਜਿੰਨੀਆਂ ਜਦੋਂ ਕੁਦਰਤੀ ਆਫਤਾਂ ਆਉਂਦੀਆਂ ਨੇ, ਇਹ ਠੂਠੇ ਫੜ ਕੇ ਸਰਕਾਰਾਂ ਲੋਕਾਂ ਨੂੰ ਦੇਣ ਦੀ ਥਾਂ ਤੇ ਆਪਦੇ ਪਾ ਕੇ ਆਪਦੀ ਐਸ਼ੋ ਆਰਾਮ ਵਾਲੇ ਪਾਸੇ ਨੂੰ ਤੁਰ ਪੈਂਦੇ ਨੇ। ਇਹਦੇ ਤੋਂ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲਦੀ। ਜਦੋਂ ਤੱਕ ਜੇ ਮੈਂ ਕਹਿੰਦਾ ਇੱਕ ਬੰਦੇ ਨੂੰ 5,000 ਰੁਪਏ ਦੀ ਲੋੜ ਹੈ ਐਟ ਏ ਟਾਈਮ, ਉਸ ਨੂੰ ਜੇ 1,500 ਰੁਪਇਆ ਵੀ ਮਿਲ ਜਾਵੇ ਨਾ, ਉਹਦਾ ਕਾਫੀ ਗੁਜ਼ਾਰਾ ਹੋ ਜਾਂਦਾ, ਕਾਫੀ ਹੱਦ ਤੱਕ ਇੱਕ ਧਾਰਸ ਹੋ ਜਾਂਦਾ। ਇਹ ਨਹੀਂ ਕਹਿੰਦੇ ਕਿ ਉਹ ਸਾਰੇ ਦਾ ਸਾਰਾ ਹੀ ਉਹਦਾ 1,500 'ਚ ਗੁਜ਼ਾਰਾ ਕਰ ਲੇਗਾ, ਪਰ ਕੁਝ ਦਿਨਾਂ ਵਾਸਤੇ ਉਹਨੂੰ ਇੱਕ ਢਾਰਸ ਦਾ ਕੰਮ ਕਰਦਾ ਹੈਗਾ। ਚੰਗਾ ਇਹ ਹੋਵੇ ਕਿ ਜਦੋਂ ਅਸੀਂ ਲੋਕਾਂ ਨੂੰ ਚੁਣਦੇ ਹਾਂ, ਉਹਨਾਂ ਲੋਕਾਂ ਨੂੰ ਅੱਗੇ ਲਿਆਂਦਾ ਜਾਵੇ ਜਿਹੜੇ ਲੋਕਾਂ ਦੀ ਗੱਲ ਕਰਦੇ ਨੇ। ਜੇ ਦਿੱਲੀ ਦੇ ਮੁੱਖ ਮੰਤਰੀ ਨਾਲ 37-51 ਦਾ ਕੰਮ ਕਰਦੇ ਨੇ ਇਹ, ਪਰ ਜੋ ਇਹਦੇ ਬਾਵਜੂਦ ਵੀ 5-5 ਹਜ਼ਾਰ ਰੁਪਏ ਖਾਤਿਆਂ 'ਚ ਪਹਿਲਾਂ ਪਾ ਗਿਆ, 5-5 ਹਜ਼ਾਰ ਰੁਪਏ ਹੁਣ ਪਾ ਰਿਹਾ, ਇਹ ਅੱਜ ਨਹੀਂ ਅਗਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਸਮਝ ਆਵੇਗੀ ਕਿ ਸਾਨੂੰ ਉਸ ਨੇ ਕੋਈ ਨਾ ਕੋਈ ਸਹਾਇਤਾ ਦਿੱਤੀ ਹੈ। ਬਿਲਕੁਲ ਬਿਲਕੁਲ ਢਿੱਲੋਂ ਸਾਹਿਬ, ਇੱਥੇ ਸਾਡਾ ਬ੍ਰੇਕ ਦਾ ਵੇਲਾ ਹੋ ਗਿਆ। ਬ੍ਰੇਕ ਤੋਂ ਬਾਅਦ ਅਸੀਂ ਪੰਜਾਬ ਦੀ ਸ਼ਰਾਬ ਨੀਤੀ ਤੇ ਗੱਲ ਕਰਾਂਗੇ, ਜਿਹਨੂੰ ਲੈ ਕੇ ਮੰਤਰੀਆਂ ਦੇ ਵਿੱਚ ਕਲੇਸ਼ ਪਿਆ ਤੇ ਮਸਲਾ ਜਿਹੜਾ ਉਹ ਬੇहद ਵਿਗੜਦਾ ਜਾ ਰਿਹਾ। ਨਵਜੋਤ ਸਿੰਘ ਸਿੱਧੂ ਵੀ ਇਹਦੇ ਵਿੱਚ ਆਪਣੀ ਬਿਆਨਬਾਜ਼ੀ ਕਰ ਚੁੱਕੇ ਨੇ। ਬ੍ਰੇਕ ਤੋਂ ਬਾਅਦ ਇਸ ਉੱਤੇ ਗੱਲਬਾਤ ਕਰਾਂਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਵਾਰ ਸਤਵਾਰ ਦੇ ਵਿੱਚ। ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਮੌਜੂਦ ਨੇ। ਢਿੱਲੋਂ ਸਾਹਿਬ, ਹੁਣ ਅਸੀਂ ਗੱਲਬਾਤ ਕਰੀਏ ਕਿ ਗੁਰਦਾਸ ਸਿੰਘ ਬਾਦਲ ਹੋਣਾ ਦੀ ਜਿਹੜੀ ਮੌਤ ਹੋਈ ਹੈ, ਉਸ ਨੂੰ ਲੈ ਕੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਉੱਥੇ ਪਹੁੰਚੇ, ਕਾਫੀ ਭਾਵੁਕ ਹੋਏ। ਦੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਗੁਰਦਾਸ ਸਿੰਘ ਬਾਦਲ, ਇਹਨਾਂ ਬਾਰੇ ਉਸ ਇਲਾਕੇ ਦੇ ਵਿੱਚ ਮੰਨਿਆ ਜਾਂਦਾ ਸੀ ਕਿ ਪਾਸ ਤੇ ਦਾਸ ਦੀ ਜੋੜੀ। ਦੋਨਾਂ ਭਰਾਵਾਂ ਦਾ ਬਹੁਤ ਹੀ ਜ਼ਿਆਦਾ ਪਿਆਰ ਸੀ। ਕਿਹਾ ਜਾਂਦਾ ਕਿ ਜਦੋਂ ਇਕੱਠੇ ਹੁੰਦੇ ਸੀ ਤਾਂ ਕਈ ਵਾਰ ਜੇ ਗੁਰਦਾਸ ਸਿੰਘ ਬਾਦਲ ਚੰਡੀਗੜ੍ਹ ਵੀ ਆ ਜਾਂਦੇ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ, ਤਾਂ ਦੋਨੇ ਭਰਾ ਆਮ ਤੌਰ 'ਤੇ ਇੱਕੋ ਕਮਰੇ ਦੇ ਵਿੱਚ ਸੌਂਦੇ ਸੀ। ਇਹਨਾਂ ਦਾ ਦੱਸਿਆ ਜਾਂਦਾ ਕਿ ਕਈ ਵਾਰ ਮੇਰੀ ਗੁਰਦਾਸ ਜੀ ਨਾਲ ਵੀ ਕਈ ਵਾਰੀ ਗੱਲ ਹੋਈ ਸੀ। ਮੈਂ ਜਾਂਦਾ ਰਿਹਾ ਉਹਨਾਂ ਦੇ ਕੋਲੇ, ਮਿਲਣ ਦਾ ਮੌਕਾ ਤਾਂ ਭਾਵੇਂ ਥੋੜ੍ਹਾ ਮਿਲਿਆ, ਪਰ ਫਿਰ ਵੀ ਆ ਪਿਛਲੇ ਸਮਿਆਂ ਦੇ ਵਿੱਚ ਮੈਂ ਕਾਫੀ ਵਾਰੀ ਮਿਲ ਕੇ ਆਇਆ ਸੀ। ਅਤੇ ਵੱਡੇ ਬਾਦਲ ਸਾਹਿਬ ਨੂੰ ਤਾਂ ਅਕਸਰ ਮਿਲਦੇ ਰਹਿੰਦੇ ਸੀਗੇ। ਉਹ ਦੱਸਦੇ ਹੁੰਦੇ ਕਿ ਸਾਡਾ ਦੋਨਾਂ ਭਰਾਵਾਂ ਦਾ ਬਹੁਤ ਜ਼ਿਆਦਾ, ਇੱਥੋਂ ਤੱਕ ਕਿ ਖਾਣਾ ਵੀ ਦੋਨੇ ਭਰਾ ਇਕੱਠੇ ਖਾਂਦੇ ਹੁੰਦੇ। ਪੁਰਾਣਾ ਜਿਹੜਾ ਇਹਨਾਂ ਦਾ ਵਿਹੜਾ ਸੀਗਾ, ਪੁਰਾਣਾ ਘਰ ਸੀ, ਉਹਦੇ ਵਿੱਚ ਇੱਕ ਵੱਡਕਾਰ ਮੰਜਾ ਡਾਹਿਆ ਹੋਇਆ ਸੀ। ਕਈ ਵਾਰ ਤਾਂ ਕਈ ਘੰਟਿਆਂ ਬੱਧੀ ਦੋਨੇ ਭਰਾ ਉਸ 'ਤੇ ਬੈਠ ਕੇ ਗੱਲ ਕਰਦੇ। ਇਹ ਵੀ ਕਿਹਾ ਜਾਂਦਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੋਰਚਿਆਂ 'ਚ ਰਹੇ, ਜੇਲ੍ਹਾਂ 'ਚ ਰਹੇ। ਬਾਅਦ ਦੇ ਵਿੱਚ ਉਹਨਾਂ ਤੋਂ ਦੀ ਥਾਂ ਦੇ ਉੱਤੇ ਸਰਦਾਰ ਗੁਰਦਾਸ ਸਿੰਘ ਬਾਦਲ ਪਿੱਛੇ ਸਾਰੇ ਕਾਸੇ ਨੂੰ ਸਾਂਭਦੇ। ਜੇ ਬਾਦਲ ਸਾਹਿਬ ਮੁੱਖ ਮੰਤਰੀ ਬਣ ਕੇ ਚੰਡੀਗੜ੍ਹ ਹੁੰਦੇ ਤਾਂ ਪਿੱਛੇ ਗੁਰਦਾਸ ਬਾਦਲ ਬਾਕੀ ਸਾਰਾ ਕੰਮਕਾਰ ਦੇਖਦੇ। ਉਹਨਾਂ ਦਾ ਬਾਦਲ ਸਾਹਿਬ ਦੇ ਮਤਲਬ ਇਸ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ। ਉਹ ਚਲੇ ਗਏ, ਸਰਦਾਰ ਬਾਦਲ ਭਾਵਕ ਵੀ ਹੋ ਗਏ ਵੀ ਤੂੰ ਛੋਟਾ ਸੀ, ਮੈਂ ਤੇਰੇ ਤੋਂ ਵੱਡਾ ਹੈ, ਤੂੰ ਮੇਰੇ ਤੋਂ ਪਹਿਲਾਂ ਕਿਉਂ ਚਲਿਆ ਗਿਆ। ਇਹ ਤਾਂ ਕੁਦਰਤ ਦਾ ਭਾਣਾ, ਪਤਾ ਨਹੀਂ ਕਿਹਨੂੰ ਪਹਿਲਾਂ ਸੱਦਾ ਆਉਣਾ, ਕਿਹਨੂੰ ਬਾਅਦ ਦੇ ਵਿੱਚ ਆਉਣਾ। ਪਰ ਫਿਰ ਵੀ ਉਹਨਾਂ ਨੇ 90 ਸਾਲ ਤੋਂ ਵੱਧ ਉਮਰ ਜਿਹੜੀ ਹੈ ਉਹ ਹੰਢਾਈ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਜਦੋਂ ਹਿੰਦੁਸਤਾਨ ਦੀ ਜਿਹੜੀ ਐਵਰੇਜ ਉਮਰ ਹੈ ਉਹ 70 ਤੋਂ ਘੱਟ ਕੇ ਰਹਿ ਗਈ ਹੈ। ਤਾਂ ਪਹਿਲਾ ਜ਼ਮਾਨਾ ਹੁੰਦਾ ਸੀ, ਕੋਈ ਬੰਦਾ ਕਹਿੰਦੇ 100 ਸਾਲ ਹੋ ਗਿਆ ਜੀ, 105 ਦਾ ਹੋ ਗਿਆ, 90 ਦਾ ਹੋ ਗਿਆ। ਭਾਵ ਉਦੋਂ ਜਿਹੜੀ ਐਵਰੇਜ ਉਮਰ ਸੀ ਹਿੰਦੁਸਤਾਨੀਆਂ ਦੀ ਉਹ ਵੀ 90 ਪਲੱਸ ਸੀਗੀ। ਜਿਹੜੀ ਜਾਪਾਨੀਆਂ ਦੀ ਜ਼ਰੂਰ ਇਸ ਵੇਲੇ ਉਮਰ ਵੱਧ ਹੈਗੀ ਹੈ, ਪਰ ਹਿੰਦੁਸਤਾਨ ਦੀ ਐਵਰੇਜ ਉਮਰ ਜਿਹੜੀ ਆ ਉਹ 65 ਹੋ ਕੇ ਰਹਿ ਗਈ ਹੈ, 65 ਤੇ 70 ਦੇ ਵਿਚਾਲੇ। ਇਸ ਦੇ ਦੌਰਾਨ ਜਿੰਨਾ ਕੁ ਉਹਨਾਂ ਨੇ ਕੀਤਾ ਬਹੁਤ ਵੱਡਾ, ਉਹ ਲੋਕ ਸਭਾ ਦੇ ਵਿੱਚ ਵੀ ਗਏ। ਬਾਅਦ ਦੇ ਵਿੱਚ ਇੱਕ ਸਮਾਂ ਆਇਆ ਜਦੋਂ ਦੋਨੇ ਭਰਾਵਾਂ ਦਾ ਵਖਰੇਵਾਂ ਹੋ ਗਿਆ। ਉਹਨਾਂ ਦੇ ਸਪੁੱਤਰ ਮਨਪ੍ਰੀਤ ਸਿੰਘ ਬਾਦਲ ਨੇ PPP ਪੰਜਾਬ ਪੀਪਲਜ਼ ਪਾਰਟੀ ਬਣਾ ਲਈ। ਉਸ ਵੇਲੇ ਉਹ ਚੋਣ ਵੀ ਆਪਦੇ ਭਰਾ ਦੇ ਮੁਕਾਬਲੇ ਲੜੇ ਸੀ, ਪਰ ਗੈਰ ਦਿਲਚਸਪੀ ਜੀ ਨਾਲ ਉਹਨਾਂ ਨੇ ਸਾਰਾ ਕੀਤਾ ਹੈਗਾ। ਬਹੁਤ ਸਾਰੇ ਜਿਹੜੇ ਧਰੰਤਰ ਸਿਆਸਤਦਾਨ ਨੇ, ਜਦੋਂ ਮਨਪ੍ਰੀਤ ਬਾਦਲ ਨੇ PP ਬਣਾਈ ਹੈ, ਉਸ ਵੇਲੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਸਾਰੀ ਦੀ ਸਾਰੀ ਵੱਡੇ ਬਾਪੂ ਦੀ ਚਾਲ ਹੈ।
ਕਿ ਜਿਹੜੀ ਮਤਲਬ ਵੋਟਾਂ ਦਾ ਜਦੋਂ ਪੰਜਵਾਂ ਵਰ੍ਹਾ ਸ਼ੁਰੂ ਹੋ ਜਾਂਦਾ ਹੈ ਤਾਂ ਹੁਕਮਰਾਨ ਧਿਰ ਦੇ ਖਿਲਾਫ ਵੱਡੀ ਗਿਣਤੀ ਦੇ ਵਿੱਚ ਮੁਖਾਲਫਤ ਸ਼ੁਰੂ ਹੋ ਜਾਂਦੀ ਹੈ। ਉਹ ਮੁਖਾਲਫਤ ਵਾਲੀ ਵੋਟ ਦੂਜੀ ਧਿਰ ਨੂੰ ਨਾ ਪੈ ਜਾਵੇ, ਉਹਨੂੰ ਰੋਕਣ ਵਾਸਤੇ ਕਹਦੇ ਵੀ ਭਤੀਜੇ ਦਾ ਸਹਾਰਾ ਲਿਆ, ਤਾਂ ਹੀ PPP ਬਣਾਈ ਸੀ। ਹਾਂ, ਗੱਲਬਾਤ ਇੱਕੋ ਹੀ ਹੈ। ਤੇ ਇਹ ਕਹਿੰਦੇ ਇਹ ਬਹੁਤ ਛਾਤਰ ਦਿਮਾਗ ਹੈਗਾ। ਇਹਨਾਂ ਨੇ ਇਹ ਸੋਚਿਆ ਵੀ ਮੁੜੇ ਮੈਨੂੰ ਉਸ ਵੇਲੇ ਕਿਹਾ ਸੀ, ਉਸ ਵੇਲੇ ਕੋਈ ਨਾਂ ਨਿਸ਼ਾਨ ਨਹੀਂ ਸੀ। ਉਹ ਕਹਿੰਦੇ ਤੁਸੀਂ ਦੇਖਿਓ ਸਮਾਂ ਆਏਗਾ ਕਿ ਇਹ ਮੁੰਡਾ ਕਾਂਗਰਸ ਦੇ ਵਿੱਚ ਜਾਏਗਾ, ਵੀ ਤਾਂ ਜੋ ਇੱਕ ਵਾਰੀ ਇੱਕ ਪੁੱਤ ਮੁੱਖ ਮੰਤਰੀ, ਦੂਜੀ ਵਾਰੀ ਭਤੀਜਾ ਮੁੱਖ ਮੰਤਰੀ। ਇਸ ਤਰ੍ਹਾਂ ਦੀ ਸਥਿਤੀ ਲੋਕਾਂ ਦੇ ਸਾਹਮਣੇ ਜਦੋਂ ਮਨਪ੍ਰੀਤ ਬਾਦਲ ਨੇ ਕਾਂਗਰਸ ਜੁਆਇਨ ਕੀਤੀ ਹੈ ਸਾਹਮਣੇ ਆਈ ਹੈ। ਪਰ ਇਸ ਮੰਚ ਤੋਂ ਉਸ ਸ਼ਖਸੀਅਤ ਨੂੰ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਪਾਬੰਦੀਆਂ ਦੇ ਬਾਵਜੂਦ, ਰੋਕਾਂ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਇਲਾਕੇ ਦਾ ਜਿਹੜਾ ਇਕੱਠ ਹੈ, ਮੇਰਾ ਖਿਆਲ ਉਹਨੇ ਲੋਕ ਸਿੱਧੇ ਰੂਪ ਦੇ ਵਿੱਚ ਵੱਡੇ ਬਾਦਲ ਸਾਹਿਬ ਨੂੰ ਨਹੀਂ ਜਾਣਦੇ ਸੀ ਜਿੰਨੇ ਗੁਰਦਾਸ ਸਿੰਘ ਬਾਦਲ ਨੂੰ ਜਾਣਦੇ ਸੀ। ਸੋ ਜਿਵੇਂ ਧਰਮਵੀਰ ਦੀ ਜੋੜੀ, ਰਾਮ ਲਛਮਣ ਦੀ ਜੋੜੀ ਕਹਿੰਦੇ ਹੁੰਦੇ ਸੀਗੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ ਨੂੰ, ਇਸੇ ਤਰ੍ਹਾਂ ਜਿਹੜੀ ਉਸ ਇਲਾਕੇ ਦੇ ਵਿੱਚ ਇਹ ਪਾਸ ਤੇ ਦਾਸ ਦੀ ਜੋੜੀ ਆਪਣੇ ਆਪ ਦੇ ਵਿੱਚ ਇੱਕ ਨਾਮ ਸੀ, ਇੱਕ ਸੰਸਥਾ ਸੀ। ਜੀ ਢਿੱਲੋਂ ਸਾਹਿਬ, ਹੁਣ ਅਸੀਂ ਗੱਲ ਜੇ ਸਿਆਸਤ ਦੀ ਕਰ ਲਈਏ, ਆਬਕਾਰੀ ਨੀਤੀ ਨੂੰ ਲੈ ਕੇ ਚੰਗਾ ਰਫੜ ਪਿਆ ਇਹਨਾਂ ਦਾ, ਮੰਤਰੀਆਂ ਦਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀਆਂ ਕੁਝ ਜਿਹੜੀਆਂ ਤਾਕਤਾਂ ਆਪਾਂ ਕਹਿ ਲਈਏ ਕਿ ਆਬਕਾਰੀ ਨੀਤੀ ਉਹਨਾਂ ਤੋਂ ਜਿਹੜਾ ਉਹ ਮਹਿਕਮਾ ਵਾਪਸ ਲੈ ਲਿਆ, ਪਰ ਫਿਰ ਵੀ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ। ਰਾਜਾ ਵੜਿੰਗ ਨੇ ਕਰਨ ਅਵਤਾਰ ਸਿੰਘ ਦੇ ਪੁੱਤਰ ਨੂੰ ਲੈ ਕੇ ਉਂਗਲਾਂ ਚੁੱਕੀਆਂ, ਪਹਿਲਾਂ ਵੀ ਬੋਲਦੇ ਰਹੇ ਨੇ, ਪਰ ਕੋਈ ਕਾਰਵਾਈ ਨਹੀਂ ਹੋਈ। ਕਿੱਦਾਂ ਦੇਖਦੇ ਹੋ ਇਹਨੂੰ? ਦੇਖੋ, ਇਹ ਇੱਕ ਬਹੁਤ ਵੱਡਾ ਗੋਰਖ ਧੰਦਾ ਹੈ। ਨਿੱਜੀ ਖੇਤਰ ਦੇ ਵਿੱਚ ਜਿਵੇਂ ਟਰਾਂਸਪੋਰਟ ਦਾ ਗੋਰਖ ਧੰਦਾ ਹੈਗਾ, ਉਸੇ ਤਰ੍ਹਾਂ ਦਾ ਇਹ ਵੀ ਇੱਕ ਬਹੁਤ ਵੱਡਾ ਗੋਰਖ ਧੰਦਾ। ਠੇਕਾ ਕੋਈ ਆਮ ਬੰਦਾ ਤਾਂ ਲੈ ਨਹੀਂ ਸਕਦਾ। ਨਵਜੋਤ ਸਿੰਘ ਸਿੱਧੂ ਜਿਹੜੇ ਕਿ ਉਸ ਵੇਲੇ ਕੈਬਨਿਟ ਦੇ ਇਹਨਾਂ ਦੇ ਵਜ਼ੀਰ ਸੀ, ਉਹਨਾਂ ਨੇ ਗੱਲ ਉਠਾਈ ਸੀ ਕਿ ਕੁਝ ਰਾਜ, ਖਾਸ ਕਰ ਤੇਲੰਗਾਨਾ ਤੇ ਤਾਮਿਲਨਾਡੂ, ਉਹਨਾਂ ਦੇ ਵਿੱਚ ਨਿਗਮ ਬਣੇ ਹੋਏ ਨੇ, ਜਿਵੇਂ ਹੋਰ ਨਿਗਮ ਬਣੇ ਹੋਏ ਨੇ ਉਸ ਤਰ੍ਹਾਂ ਦੇ ਨਿਗਮ ਬਣੇ ਨੇ। ਕਾਰਪੋਰੇਸ਼ਨ ਜਿਹਨੂੰ ਕਹਿੰਦੇ ਆਪਾਂ, ਪੰਜਾਬੀ ਦਾ ਸ਼ਬਦ ਨਿਗਮ ਹੈ। ਉਹਨਾਂ ਨਿਗਮਾਂ ਦੇ ਰਾਹੀਂ ਉਹਨਾਂ ਰਾਜਾਂ ਨੇ ਚੋਖੇ ਪੈਸੇ ਕਮਾਏ ਨੇ। ਉਹਨਾਂ ਨੇ ਦੱਸਿਆ ਕਿ ਤੇਲੰਗਾਨਾ ਦੇ ਵਿੱਚ ਜਿਹੜਾ ਕੁਝ ਸਮਾਂ ਪਹਿਲਾਂ ਹੀ ਹੋਂਦ ਦੇ ਵਿੱਚ ਆਇਆ, ਤੇਲੰਗਾਨਾ ਦੇ ਵਿੱਚ ਜਿਹੜਾ ਇਹ ਸਰਮਾਇਆ ਸੀਗਾ, ਉਹਨਾਂ ਨੇ ਦੱਸਿਆ ਕਿ ਉਹ 10,000 ਕਰੋੜ ਦੇ ਲਗਭਗ 14-15 ਚ ਹੋ ਗਿਆ। ਇਸੇ ਤਰ੍ਹਾਂ ਜਿਹੜਾ ਤਾਮਿਲਨਾਡੂ ਸੀ, ਤਾਮਿਲਨਾਡੂ ਨੇ 25,000 ਕਰੋੜ ਤੋਂ ਵਧਾ ਕੇ ਆਪ ਦਾ ਇਹ ਕੰਮ ਜਿਹੜਾ ਹੈਗਾ ਉਹ 31,000 ਕਰੋੜ ਤੇ ਲੈ ਗਏ। ਤੇ ਇਸ ਦੇ ਉਲਟ ਜਿਹੜਾ ਪੰਜਾਬ ਹੈ, ਪੰਜਾਬ ਦਾ ਥੱਲੇ ਨੂੰ ਜਾਂਦਾ ਹੈਗਾ। ਠੇਕੇ ਉਸ ਜਗ੍ਹਾ ਦੇ ਉੱਤੇ 6,000, ਪੰਜਾਬ ਦੇ ਵਿੱਚ 12,500, ਖਪਤ ਡੇਢੀ। ਇਹਦੇ ਬਾਵਜੂਦ ਵੀ ਸੁਖਵਿੰਦਰ ਲਗਾਤਾਰ ਜਿਹੜਾ ਹੈਗਾ ਤੁਹਾਡਾ ਇਹਦੀ ਜਿਹੜਾ ਮਾਲੀਆ ਉਹ ਘਟਦਾ ਜਾ ਰਿਹਾ। ਪਰ ਜ਼ਿੰਮੇਵਾਰ ਕੌਣ ਹੈ? ਬਿਲਕੁਲ ਮੁੱਖ ਮੰਤਰੀ ਪ੍ਰਕਾਸ਼ ਸਿੰਘ, ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਕੋਲੇ ਇਹ ਮਹਿਕਮਾ 3 ਸਾਲ ਤੋਂ ਚੱਲ ਰਿਹਾ ਹੈ। ਜੇ ਕਰਨ ਅਵਤਾਰ ਸਿੰਘ ਦੇ ਬੇਟੇ ਦੇ ਡਿਸਟਿਲਰੀਆਂ ਚੱਲਦੀਆਂ ਨੇ, ਉਹਨਾਂ ਦੇ ਕੋਲੇ ਇਹ ਕਰਤੇ ਆਬਕਾਰੀ ਵਿਭਾਗ ਸੀ। ਮੁੱਖ ਮੰਤਰੀ ਸਾਹਿਬ ਆਪ ਉਸ ਦੀ ਸਰਪ੍ਰਸਤੀ ਕਰਦੇ ਨੇ ਤੇ ਮੁੱਖ ਮੰਤਰੀ ਸਾਹਿਬ ਅੱਜ ਜਵਾਬ ਤੋਂ ਭੱਜ ਨਹੀਂ ਸਕਦੇ। ਬਿਲਕੁਲ ਬਿਲਕੁਲ। ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਮਿਲਦੇ ਕਿੰਨਾ ਕੁ ਨਹੀਂ। ਮੁੱਖ ਮੰਤਰੀ ਸਾਹਿਬ ਨੇ ਕਦੇ ਬੈਠ ਕੇ ਸੋਚਿਆ ਕਿ ਇਹ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਕਿਉਂ? ਨਵਜੋਤ ਸਿੱਧੂ ਕਹਿੰਦਾ ਵੀ ਮੈਂ ਉਸ ਵੇਲੇ ਗੱਲ ਕੀਤੀ ਵੀ ਆਪਾਂ ਇਹ ਘੱਟ ਹੈ। 18 ਦੇ ਵਿੱਚ ਉਹਨੇ ਫੇਰ ਇਹ ਮਾਮਲਾ ਉਠਾਇਆ ਤਾਂ ਕਿਹਾ ਗਿਆ ਕਿ 3 ਮੰਤਰੀਆਂ ਦੀ ਕਮੇਟੀ ਬਣਾ ਦਿਓ, ਇੱਕ 3 ਮੈਂਬਰੀ, ਜਿਹੜਾ ਉਹਦਾ ਪਤਾ ਲੈ ਕੇ ਆਵੇ। ਉਹਦੇ ਵਿੱਚ ਨਵਜੋਤ ਸਿੱਧੂ ਦਾ ਕਿਤੇ ਨਾਂ ਨਿਸ਼ਾਨ ਵੀ ਨਹੀਂ। ਜਿਹੜਾ ਬੰਦਾ ਇਹ ਤੇ ਸਟੱਡੀ ਕਰਕੇ ਲੈ ਕੇ ਆਇਆ, ਸਾਰਾ ਕੁਝ ਕਰ ਰਿਹਾ, ਇਹਦਾ ਮਤਲਬ ਜਿਹੜੀ ਅਫਸਰਸ਼ਾਹੀ ਹੈ, ਜਿਹੜੀ ਗੱਲ ਮੰਤਰੀ ਇਲਜ਼ਾਮ ਲਾਉਂਦੇ ਨੇ ਉਹਨਾਂ ਤੇ ਭਾਰੂ ਹੈ। ਮੁੱਖ ਮੰਤਰੀ ਸਾਹਿਬ ਨੇ ਵਕਤੀ ਤੌਰ ਦੇ ਉੱਤੇ ਇੱਕ ਦਿਨ ਉਹਨਾਂ ਨੂੰ ਨਾ ਜਾਣ ਦਿੱਤਾ। ਉਸ ਤੋਂ ਬਾਅਦ ਦੂਜੇ ਸਤੀਸ਼ ਚੰਦਰਾ ਹੋਰਾਂ ਦੇ ਮਤਲਬ ਉਹਨਾਂ ਨੇ ਉਹ ਮੀਟਿੰਗ ਦਾ ਸੰਚਾਲਨ ਕਰ ਲਿਆ। ਹੁਣ ਮਹਿਕਮਾ ਦੇਤਾ ਇਹ ਵੇਨੂ ਪ੍ਰਸ਼ਾਦ ਨੂੰ। ਇਹ ਵੇਨੂ ਪ੍ਰਸ਼ਾਦ ਵੀ ਉਹ ਸ਼ਖਸੀਅਤ ਹੈ ਜਿਹਦੇ ਕੋਲੇ ਬਿਜਲੀ ਦਾ ਮਹਿਕਮਾ ਵੀ ਹੈ, ਹੋਰ ਵੱਡੇ ਵੱਡੇ ਮਹਿਕਮੇ ਉਹਨਾਂ ਕੋਲੇ, ਮਾਈਨਿੰਗ ਉਹਨਾਂ ਕੋਲੇ ਹੈ। ਤੇ ਇਹਦਾ ਮਤਲਬ ਜਿਹੜੇ 5-4 ਅਫਸਰਾਂ ਨੂੰ ਛੱਡ ਕੇ ਬਾਕੀ ਸਾਰੇ ਇੱਥੇ ਵੈਸੇ ਹੀ ਇਕੱਠੇ ਕੀਤੇ ਹੋਏ ਨੇ। ਇਹ ਸਾਰੇ ਦੇ ਸਾਰੇ ਤਨਖਾਹਾਂ ਲੈਣ ਵਾਸਤੇ ਨੇ। ਕਿਸੇ ਇੰਡੀਪੈਂਡੈਂਟ ਬੰਦੇ ਨੂੰ ਦਿੱਤਾ ਜਾਵੇ ਜਿਹੜਾ ਉਸ ਦੀ ਘੋਖ ਕਰੇ, ਕੋਈ ਇਸ ਤਰ੍ਹਾਂ ਦੇ ਰਾਹ ਪੱਧਰੇ ਕੀਤੇ ਜਾਣ ਕਿ ਦੇਸ਼ ਦੀ ਆਮਦਨ ਵਧਾਉਣੀ ਕਿਵੇਂ ਹੈ। ਦੱਸਿਆ ਇਹ ਜਾ ਰਿਹਾ ਕਿ ਲਗਾਤਾਰ ਇੱਕ ਹੋਰ ਗੱਲ, ਪਿਛਲੇ ਸਾਲ ਦਾ ਕਈ ਠੇਕੇਦਾਰਾਂ ਵੱਲ 400 ਕਰੋੜ ਦੇ ਕਰੀਬ ਬਕਾਇਆ ਖੜਾ ਉਹ ਵਸੂਲਿਆ।
ਉਹਨਾਂ ਤੋਂ ਵਸੂਲਿਆ ਨਹੀਂ ਗਿਆ ਹੈਗਾ। ਫਿਰ ਉਹਨਾਂ ਠੇਕੇਦਾਰਾਂ ਨੂੰ ਹੀ ਅਸੀਂ ਦੇ ਰਹੇ ਹਾਂ। ਇਹੋ ਕਾਰਨ ਹੈ ਕਿ ਪੰਜਾਬ ਦੇ ਵਿੱਚ ਨਿਰੰਤਰ ਨਜਾਇਜ਼ ਸ਼ਰਾਬ ਬਣ ਰਹੀ ਹੈ। ਕੱਲ੍ਹ ਪਰਸੋਂ ਇੱਕ ਸ਼ੰਭੂ ਦੇ ਕੋਲ ਜਿਹੜੀ ਹੈ ਉਹ ਨਜਾਇਜ਼ ਚੱਲਦੀ ਫੈਕਟਰੀ ਫੜੀ ਗਈ ਹੈ। ਪਹਿਲਾਂ ਖੰਨੇ ਦੇ ਕੋਲ ਫੜੀ ਗਈ, ਉਸ ਤੋਂ ਕਿੰਨੇ ਟਰੱਕਾਂ ਦੇ ਟਰੱਕ ਜਿਹੜੇ ਦੂਜੇ ਰਾਜਾਂ ਦੇ ਇੱਥੇ ਸਮਗਲ ਹੋ ਰਹੇ ਨੇ, ਜਿਹੜੇ 5 ਜ਼ਿਲ੍ਹੇ ਹਰਿਆਣੇ ਦੀਆਂ ਸਰਹੱਦਾਂ ਦੇ ਨਾਲ ਲੱਗਦੇ ਨੇ, ਕਿਉਂਕਿ ਹਰਿਆਣੇ ਦੇ ਵਿੱਚ ਜਿਹੜੀਆਂ ਕੀਮਤਾਂ ਨੇ ਸਾਡੇ ਨਾਲੋਂ ਘੱਟ ਨੇ। ਅਸੀਂ ਸੁੱਤੇ ਪਏ ਹਾਂ, ਅਸੀਂ ਦੇਸ਼ ਇਹਨੂੰ ਵਧਾਉਣ ਦਾ ਕੰਮ ਹੀ ਨਹੀਂ ਕਰਨਾ। ਹੁਣ ਇੱਕ ਨਵਾਂ ਮਤਾ ਪਾਤਾ ਕਿ ਸੈਸ ਲਾ ਦਿਓ ਜੀ ਸ਼ਰਾਬ ਦੇ ਉੱਤੇ, ਤੇ ਜਿਹੜਾ ਤੁਸੀਂ ਦੋਸ਼ ਲੱਗਦਾ ਕਿ 600 ਕਰੋੜ ਰੁਪਏ ਦਾ ਘਾਟਾ ਪਾਤਾ, ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਬਿਲਕੁਲ ਤੁਸੀਂ ਇਹਨਾਂ ਨੇ ਜਿਹੜਾ ਕਿਹਾ ਇਹ ਜਾ ਰਿਹਾ ਕਿ ਜਿਹੜਾ ਮਤਾ ਪਾਇਆ ਨਾ ਸਾਰੇ ਮੰਤਰੀ ਮੰਡਲ ਨੇ ਇਕੱਠੇ ਹੋ ਕੇ, ਮੈਨੂੰ ਇਉਂ ਲੱਗਦਾ ਕਿਤੇ ਉਹ ਵੀ ਰਿਕਾਰਡ ਤੇ ਨਾ ਰਵੇ, ਉਹਨੂੰ ਵੀ ਉੱਥੋਂ ਕੱਢ ਦਿੱਤਾ ਜਾਵੇ। ਮੁੱਖ ਮੰਤਰੀ ਸਾਹਿਬ ਕਰਨ ਅਵਤਾਰ ਸਿੰਘ ਨੂੰ ਹਟਾਉਣ ਦੇ ਰੌਂ ਵਿੱਚ ਨਹੀਂ ਹੈਗੇ। ਢਿੱਲੋਂ ਸਾਹਿਬ, ਕਿਤੇ ਇਹਦੇ ਵਿੱਚ ਇਹ ਤਾਂ ਨਹੀਂ ਕਿ ਮੋਢਾ ਕਰਨ ਅਵਤਾਰ ਸਿੰਘ ਦਾ ਤੇ ਬੰਦੂਕ ਕੋਈ ਹੋਰ ਹੈ, ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਨਿਸ਼ਾਨਾ ਲਾਉਂਦੇ ਨੇ ਕਿ ਸ਼ਾਇਦ ਇਹ ਚੋਰਾਂ ਦੀ ਕਹਿੰਦੇ ਹਿੱਸੇ ਨੂੰ ਲੈ ਕੇ ਲੜਾਈ ਹੋਗੀ ਤੇ ਅਲੀ ਬਾਬਾ ਕੋਈ ਹੋਰ ਹੈ? ਨਹੀਂ, ਦੇਖੋ ਬੜਾ ਕੁਝ ਸਪਸ਼ਟ ਚੱਲਦਾ। ਜਦੋਂ ਮੁੱਖ ਮੰਤਰੀ ਸਾਹਿਬ ਉਹਦੇ ਆਉਣੇ, ਜਦੋਂ ਇਹ ਮੀਟਿੰਗ ਹੋਈ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਹੋਰਾਂ ਨੇ ਕਿਹਾ ਨਹੀਂ ਕਿ ਦੇਖੋ ਜੀ ਹੁਣ ਮਹਿਕਮਾ ਮੁੱਖ ਮੰਤਰੀ ਸਾਹਿਬ ਦੇ ਕੋਲ, ਮੁੱਖ ਮੰਤਰੀ ਸਾਹਿਬ ਨੇ ਦੇਖਣਾ, ਉਹ ਜ਼ਿੰਮੇਵਾਰ ਹੋਣਗੇ ਜੇ ਘਾਟਾ ਪੈਂਦਾ ਜਾਂ ਨਹੀਂ ਪੈਂਦਾ ਹੈਗਾ, ਘਰ ਘਰ ਸ਼ਰਾਬ ਪਹੁੰਚਾਉਣੀ ਆ ਜਾਂ ਨਹੀਂ ਪਹੁੰਚਾਉਣੀ। ਉਹਦੇ ਨਾਲ ਇਹ ਕਹਿ ਰਹੇ ਨੇ ਵੀ ਸਮਗਲ ਵਧੂਗੀ। ਜੇ ਅੱਜ ਬੰਦਾ ਘਰੇ ਸ਼ਰਾਬ ਪਹੁੰਚਾਉਣ ਜਾ ਰਿਹਾ, ਇਹਦਾ ਕੀ ਹੋਏਗਾ ਕਿ ਇਹ ਬੰਦਾ ਸਰਕਾਰੀ ਠੇਕੇ ਤੋਂ ਆਇਆ ਜਾਂ ਕੋਈ ਨਜਾਇਜ਼ ਰੂਪ ਦੇ ਵਿੱਚ ਲੈ ਕੇ ਜਾ ਰਿਹਾ। ਇਹਦਾ ਮਤਲਬ ਜੇ ਕੋਈ ਬੰਦੇ ਨੇ 4 ਪੇਟੀਆਂ ਗੱਡੀ 'ਚ ਰੱਖੀਆਂ ਨੇ, ਰਸਤੇ 'ਚ ਕੋਈ ਕਰਮਚਾਰੀ ਘੇਰ ਲੈਂਦਾ, ਉਹਨੇ ਕਹਿਣਾ ਜੀ ਇਹ ਤਾਂ ਹੋਮ ਡਿਲੀਵਰੀ ਕਰਨ ਚੱਲਿਆ ਹੈਗਾ, ਉਹਦੀ ਮਤਲਬ ਕੌਣ ਲਵੇਗਾ? ਲਗਾਤਾਰ ਪੰਜਾਬ ਦੇ ਠੇਕੇ ਘਾਟੇ ਵਿੱਚ ਜਾ ਰਹੇ ਨੇ, ਸ਼ਰਾਬ ਵੱਧ ਰਹੀ ਹੈ, ਸ਼ਰਾਬ ਦੀਆਂ ਕੀਮਤਾਂ ਵੱਧ ਰਹੀਆਂ ਨੇ, ਤੇ ਜਿਹੜਾ ਮਾਲੀਆ ਹੈਗਾ ਰਾਜ ਸਰਕਾਰ ਦਾ ਉਹ ਥੱਲੇ ਨੂੰ ਜਾ ਰਿਹਾ। ਫਿਰ ਉਹੀ ਨਾਇਕ ਫਿਲਮ ਵਾਲੀ ਗੱਲ ਯਾਦ ਆਉਂਦੀ ਹੈ, ਜਦੋਂ ਅਮਰੀਸ਼ ਪੁਰੀ ਨੇ ਇੱਕ ਮੰਤਰੀ ਨੂੰ ਪੁੱਛਿਆ ਕਿ ਜੇ ਆ ਸਾਰਾ ਕੁਝ ਅਪਣਾਇਆ ਹੁੰਦਾ ਤਾਂ ਕਿੰਨਾ ਮਾਲੀਆ ਇਕੱਠਾ ਹੋਣਾ ਸੀ। ਉਹਨੇ ਵਿਅੰਗ ਦੇ ਵਿੱਚ ਕਿਹਾ ਕਿ ਜਨਾਬ ਆਪਣਾ ਜਾਂ ਸਰਕਾਰ ਦਾ। ਭਾਵ ਜਦੋਂ ਇਹ ਜੋਕਾਂ ਲਗਾਤਾਰ ਚਿੰਬੜੀਆਂ ਹੋਈਆਂ ਨੇ, ਨਵਜੋਤ ਸਿੱਧੂ ਪਹਿਲੇ ਦਿਨ ਤੋਂ ਉਹਨੇ ਇਹ ਗੱਲ ਕੀਤੀ, ਉਹਨੇ ਰੇਤ ਬਾਜਰੀ ਦੀ ਗੱਲ ਕੀਤੀ, ਉਹਨੇ ਕੇਬਲਾਂ ਤੇ ਇਜਾਰੇਦਾਰੀ ਬਣਾ ਕੇ ਲਗਾਤਾਰ ਲੁੱਟਿਆ ਜਾ ਰਿਹਾ ਹੈ। ਟਰਾਂਸਪੋਰਟ ਮਹਿਕਮੇ ਦੇ ਵਿੱਚ ਨਿੱਜੀ ਬੱਸਾਂ ਜਿਹੜੀਆਂ ਨੇ ਹਰ ਸਾਲ 2 ਤੋਂ 3 ਹੋ ਜਾਂਦੀਆਂ ਨੇ, ਜਿਹੜਾ ਸਰਕਾਰੀ ਟਰਾਂਸਪੋਰਟ ਹੈ ਉਸ ਦਾ ਬੇੜਾ ਗਰਕ ਹੋ ਰਿਹਾ ਹੈਗਾ। ਇਹਦਾ ਮਤਲਬ ਇਹ ਹੈ ਕਿ ਇਹ ਸਾਡੇ ਜਿਹੜੇ ਹੁਕਮਰਾਨ ਹੈ ਉਹ ਸੁਹਿਰਦ ਨਹੀਂ ਹੈਗੇ। ਇਹਨਾਂ ਨੇ ਸਿਰਫ ਤੇ ਸਿਰਫ ਆਪਣਾ ਘਰ ਭਰਨ ਵਾਸਤੇ ਸਾਰਾ ਚਾਰਾ ਜੋਈ ਕੀਤੀ ਹੈ, ਇਸ ਤੋਂ ਅੱਗੇ ਕੱਖ ਨਹੀਂ ਕੀਤਾ। ਹੁਣ ਜਿਹੜੀ ਗੱਲ ਤੁਸੀਂ ਮੈਨੂੰ ਪੁੱਛੀ ਸੀ ਮੁੱਖ ਮੰਤਰੀ ਸਾਹਿਬ ਦੀ ਕਾਰਗੁਜ਼ਾਰੀ ਦੇ ਉੱਤੇ ਸਾਬਕਾ ਕਾਂਗਰਸ ਦੇ ਸੂਬਾ ਪ੍ਰਧਾਨ ਤੇ ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕੱਲ੍ਹ ਚੁੱਪ ਤੋੜਦਿਆਂ ਬਹੁਤ ਵੱਡਾ ਕੀਤਾ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਵੇਲੇ ਜਿੱਥੇ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹੋਟਲ ਹੈਗਾ ਰੋਪੜ ਤੋਂ ਅਗਲੇ ਪਾਸੇ ਜਾ ਕੇ ਕੁਰਾਲੀ ਤੋਂ ਜੀ, ਉੱਥੇ ਉਹਨਾਂ ਨੇ ਸੁੱਖ ਵਿਲਾਸ ਦੇ ਨਾਲ ਹੀ ਜਿਹੜਾ ਹੈਗਾ ਉਹ ਖਰੜ ਦੇ ਕੋਲੋਂ ਸੜਕ ਜਾਂਦੀ ਹੈ ਇੱਕ ਉੱਪਰ ਨੂੰ, ਉੱਥੇ ਬਣਾ ਲਿਆ ਹੈਗਾ, ਉੱਥੇ ਜਾ ਪਹੁੰਚੇ ਨੇ। ਮੁੱਖ ਮੰਤਰੀ ਸਾਹਿਬ ਪਹਿਲਾਂ ਸੈਕਟਰੀਏਟ ਦੇ ਵਿੱਚ ਬੈਠੇ ਕਿੰਨਾ ਕੁ ਨੇ ਇਹ ਪਤਾ ਕਰ ਲਓ। ਉਹਨਾਂ ਨੂੰ ਸੈਕਟਰੀਏਟ 'ਚ ਮਿਲਣਾ ਹੀ ਮੁਸ਼ਕਿਲ ਸੀ, ਉਸ ਤੋਂ ਬਾਅਦ ਉਹ ਜਿਹੜੀ ਸਰਕਾਰੀ ਕੋਠੀ ਆ ਉਹਦੇ ਵਿੱਚ ਬਹਿ ਗਏ। ਪ੍ਰਤਾਪ ਸਿੰਘ ਬਾਜਵਾ ਹੋਰੀ ਕਹਿੰਦੇ ਨੇ ਵੀ 4 ਤਾਂ ਸਰਕਾਰੀ ਕੋਠੀਆਂ ਤੁਸੀਂ ਲਈ ਬੈਠੇ ਹੋ, ਇਹਦੇ ਬਾਵਜੂਦ ਤੁਸੀਂ ਉੱਥੇ ਚੰਦਕ ਜਿਹੜੇ ਉਹਨਾਂ ਦੇ ਚਹੇਤੇ ਬੰਦੇ ਨੇ ਉਹਨਾਂ ਨੂੰ ਹੀ ਜਾਣ ਦੀ ਆਗਿਆ, ਹੋਰ ਕਿਸੇ ਨੂੰ ਜਾਣ ਦੀ ਕੋਈ ਆਗਿਆ ਨਹੀਂ, ਕਿਸੇ ਨੂੰ ਮਿਲਣ ਦਾ ਸਮਾਂ ਹੀ ਨਹੀਂ ਦਿੱਤਾ ਜਾਂਦਾ। ਜੇ ਮੁੱਖ ਮੰਤਰੀ ਨੇ ਲੋਕਾਂ ਨੂੰ ਮਿਲਣਾ ਹੀ ਨਹੀਂ, ਆਪਦੇ ਮੰਤਰੀਆਂ ਨੂੰ ਮਿਲਣਾ ਹੀ ਨਹੀਂ, ਇਸ ਵੇਲੇ ਜਿਹੜੀ ਵੱਡੀ ਪੱਧਰ ਦੇ ਉੱਤੇ ਮੰਤਰੀਆਂ ਦੇ ਵਿੱਚ ਨਿਰਾਸ਼ਾ ਫੈਲੀ ਹੋਈ ਹੈ, ਉਸ ਨੂੰ ਸੁਲਝਾਉਣ ਦਾ ਕੋਈ ਯਤਨ ਹੀ ਨਹੀਂ ਕਰਨਾ। ਸਾਰੇ ਦਾ ਸਾਰਾ ਦਾਰੋਮਦਾਰ ਅਫਸਰਸ਼ਾਹੀ ਤੇ ਕਰਨਾ ਹੈਗਾ। ਮੁੱਖ ਮੰਤਰੀ ਸਾਹਿਬ ਨੇ ਪਤਾ ਨਹੀਂ ਕਿਉਂ ਉਹਨਾਂ ਨੂੰ ਅਫਸਰਸ਼ਾਹੀ ਦਾ ਪਿਆਰ ਜ਼ਿਆਦਾ ਹੈਗਾ, ਹਾਲਾਂਕਿ ਮੁੱਖ ਮੰਤਰੀ ਦੀ ਕੁਰਸੀ ਸਿਰਫ ਤੇ ਸਿਰਫ ਵਿਧਾਇਕਾਂ ਦੇ ਉੱਤੇ ਟਿਕੀ ਵੀ ਹੈ। ਜੇ ਸਭ ਇਹ ਤਾਂ ਮੁੱਖ ਮੰਤਰੀ ਸਾਹਿਬ ਦੀ ਉਹ ਗੱਲ ਹੋ ਗਈ ਨਾ ਕਿ ਰਾਜਾ ਮਹਾਰਾਜਾ ਵਾਲੀ ਫੀਲਿੰਗ ਜਿਹੜੇ ਹੈਗੇ ਨੇ ਕਿ ਕਦੇ ਘੋੜਾ ਚੱਕਿਆ ਇੱਧਰ, ਕਦੇ ਘੋੜਾ ਚੱਕਿਆ ਉੱਧਰ, ਉਹੀ ਹੁੰਦਾ ਨਾ ਜੀ। ਦੇਖੋ ਤੁਸੀਂ ਜਿੰਨੇ ਸੇਵਾ ਮੁਕਤ ਅਧਿਕਾਰੀ ਹੋਏ, ਸਭ ਤੋਂ ਪਹਿਲਾਂ ਉਹਨਾਂ ਦਾ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਸੇਵਾ ਮੁਕਤ ਹੈ, ਬਿਲਕੁਲ। ਉਸ ਤੋਂ ਬਾਅਦ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਉਹਨਾਂ ਨੂੰ ਲਾਤਾ। ਉਸ ਤੋਂ ਬਾਅਦ ਵਧੀਕ ਡਾਇਰੈਕਟਰ ਜਨਰਲ ਪੁਲਿਸ ਆਪਣਾ ਹਰਦੀਪ ਸਿੰਘ ਢਿੱਲੋਂ ਉਹਨਾਂ ਨੂੰ ਲਾਤਾ। ਇਸ ਤਰ੍ਹਾਂ ਸੈਂਕੜੇ ਪੋਸਟਾਂ ਨੇ, ਕਿੰਨੀਆਂ ਹੀ ਪੋਸਟਾਂ ਨੇ ਜਿਨ੍ਹਾਂ ਦੇ ਉੱਤੇ ਇਹ ਜਿਹੜੇ ਸੇਵਾ ਮੁਕਤ ਅਧਿਕਾਰੀਆਂ ਨੂੰ ਮੁੱਖ ਮੰਤਰੀ ਸਾਹਿਬ ਬਾਰ-ਬਾਰ ਤਾਇਨਾਤ ਕਰਦੇ ਨੇ। ਤਾਂ ਜਿਹੜੇ MLA ਨੇ ਦੇ ਸਿਰ ਤੇ ਉਹਨਾਂ ਦੀ ਮੁੱਖ ਮੰਤਰੀ ਦੀ ਕੁਰਸੀ ਹੈ। ਜੇ ਨਿਊਟਨ ਦਾ ਤੀਜਾ ਨਿਯਮ ਜਦੋਂ ਲਾਗੂ ਹੁੰਦਾ ਨਾ, ਜਦੋਂ ਕਿਸੇ ਚੀਜ਼ ਨੂੰ ਕਿਸੇ ਪ੍ਰੈਸ਼ਰ ਦੇ ਨਾਲ ਦਬਾਇਆ ਜਾਂਦਾ ਹੈ ਤਾਂ ਉਸੇ ਤੋਂ ਦੁੱਗਣੇ ਦਬਾਅ ਦੇ ਨਾਲ ਉਹ
ਉੱਭਰਦਾ ਹੈ। ਕਿਤੇ ਇਹ ਨਾ ਹੋਵੇ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਲਗਾਤਾਰ ਇਹਨਾਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ। ਕਿੰਨੀਆਂ ਚੇਅਰਮੈਨੀਆਂ ਅਜੇ ਤੱਕ ਨਹੀਂ ਹੈਗੀਆਂ। ਸਰਕਾਰ ਤਾਂ ਚੌਥੇ ਸਾਲ 'ਚ ਪ੍ਰਵੇਸ਼ ਕਰ ਗਈ ਹੈ, ਅਖੀਰਲਾ ਸਾਲ ਤਾਂ ਵੈਸੇ ਹੀ ਨਹੀਂ ਮੰਨਿਆ ਜਾਂਦਾ ਹੁੰਦਾ ਤੇ ਉਹ ਉੱਠਦੇ ਬੁੱਲ ਵੱਲ ਦੇਖੀ ਜਾਂਦੇ ਨੇ ਵੀ ਕਦੋਂ ਡਿੱਗਿਆ ਕਦੋਂ ਡਿੱਗਿਆ ਕਦੋਂ ਡਿੱਗਿਆ। ਇੱਕ ਪਾਸੇ ਕਰੋਨਾ ਮਹਾਮਾਰੀ ਫੈਲੀ ਪਈ ਹੈ, ਦੂਜੇ ਪਾਸੇ ਜਿਹੜੀ ਇਹਨਾਂ ਦੇ ਮੰਤਰੀਆਂ ਦੇ ਵਿੱਚ, ਇਹਨਾਂ ਦੇ MLAਆਂ ਦੇ ਵਿੱਚ ਅਨਿਸ਼ਚਿਤਤਾ ਫੈਲੀ ਹੋਈ ਹੈ। ਇਹ ਰਾਜ ਸਰਕਾਰ ਦਾ ਕੀ ਕਰਨਗੇ? ਫਿਰ ਉਹੀ ਆਉਂਦਾ ਹੈ ਕਿ ਮਰਦੀ ਨੇ ਅੱਕ ਚੱਬਿਆ ਹਾਰ ਕੇ ਜੇਠ ਨਾਲ ਲਾਈਆਂ। ਹੁਣ ਤੱਕ ਜਿਹੜੀ ਇਹਨਾਂ ਦੀ ਕਾਰਗੁਜ਼ਾਰੀ ਤੋਂ ਇੰਨੇ ਕੁ ਲੋਕਾਂ ਦਾ ਮਨ ਖੱਟਾ ਹੋ ਚੁੱਕਿਆ ਕਿ ਫਿਰ ਉਹ ਦੂਜੀ ਧਿਰ ਨੂੰ ਸੋਚਣ ਦਾ ਯਤਨ ਕਰਦੇ ਨੇ। ਦੂਜੀ ਧਿਰ ਦੀ ਭਾਵੇਂ ਕਾਰਗੁਜ਼ਾਰੀ ਜਮਾ ਢਿੱਲੀ ਹੈ, ਲੋਕਾਂ ਦੇ ਵਿੱਚ ਉਹਨਾਂ ਦਾ ਕੋਈ ਉਭਾਰ ਨਹੀਂ, ਪਰ ਅਖੀਰ ਤੇ ਜਾ ਕੇ ਇਹ ਹੁੰਦਾ ਵੀ ਚਲ ਇਹ ਨਹੀਂ ਤਾਂ ਚੱਲ ਫਿਰ ਇਹ ਸਹੀ। ਉਹ ਉਹਨਾਂ ਦੀਆਂ 5 ਸਾਲ ਦੀਆਂ ਜਾਂ 10 ਸਾਲ ਜਿਹੜਾ ਉਹਨਾਂ ਨੇ ਰਾਜ ਕੀਤਾ ਸੀ ਉਹਨੂੰ ਭੁੱਲ ਜਾਂਦੇ ਨੇ। ਉਹੋ ਜਿਹੇ ਲੋਕਾਂ ਨੂੰ ਫਿਰ ਅਪਣਾਇਆ ਜਾਂਦਾ ਹੈ। ਇਸ ਵਾਰ ਕੀ ਹੁੰਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। MLA ਤਾਂ ਹਾੜੇ ਕੱਢਦੇ ਨੇ, ਕਹਿੰਦੇ ਸਾਡੀ ਤਾਂ SHO ਵੀ ਨਹੀਂ ਸੁਣਦਾ, ਸਾਡੀ ਤਾਂ ਕੋਈ ਭੁਗਤ ਹੀ ਨਹੀਂ, ਕੋਈ ਕਹਿੰਦੇ ਪ੍ਰੋਟੋਕੋਲ ਵਾਲੀਆਂ ਕੋਈ ਗੱਲਾਂ ਹੀ ਨਹੀਂ, ਕੋਈ ਸਾਡੀ ਸੁਣ ਕੇ ਰਾਜ਼ੀ ਨਹੀਂ। ਦੂਜੇ ਪਾਸੇ ਜਿਹੜਾ ਚਰਨਜੀਤ ਸਿੰਘ ਚੰਨੀ ਜਦੋਂ ਕੈਬਨਿਟ ਮੀਟਿੰਗ ਚੋਂ ਬਾਹਰ ਆ ਗਏ, ਉਹਨਾਂ ਦੇ ਕੋਲ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਭੇਜਿਆ ਗਿਆ। ਚੰਨੀ ਕਹਿੰਦੇ ਨੇ ਕਿ ਮੈਨੂੰ ਧਮਕੀ ਦੇਤੀ ਆ ਕੇ ਕਿ ਜਿਹੜਾ ਪੁਰਾਣਾ IAS ਮੈਡਮ ਦਾ ਕੋਈ ਮਸਲਾ ਆ, ਕੋਈ ਮੈਸੇਜ ਭੇਜੇ ਗਏ ਸੀ, ਕਹਿੰਦੇ ਉਹ ਤੇਰੇ ਤੇ ਪਰਚਾ ਕਰ ਦਾਂਗੇ। ਫਿਰ ਕਹਿੰਦੇ ਕੈਪਟਨ ਸਾਹਿਬ ਨੇ ਫੋਨ ਕੀਤਾ ਚੰਨੀ ਨੂੰ ਤੇ ਚੰਨੀ ਨੇ ਵੀ ਇਹ ਗੱਲ ਕਹੀ ਫਿਰ ਕਰ ਦਿਓ ਪਰਚਾ। ਫਿਰ ਉਸ ਤੋਂ ਬਾਅਦ ਚੋਂ ਤ੍ਰਿਪਤ ਬਾਜਵਾ ਨੇ ਸਫਾਈ ਦਿੱਤੀ ਕਿ ਮੈਂ ਇਹੋ ਜਿਹਾ ਕੁਝ ਨਹੀਂ ਕਿਹਾ। ਚੰਨੀ ਨੇ ਫਿਰ ਪਲਟਵਾਰ ਕੀਤਾ ਕਿ ਝੂਠ ਬੋਲਦੇ ਨੇ ਤ੍ਰਿਪਤ ਬਾਜਵਾ। ਬਿਲਕੁਲ, ਜਿਹੜੇ ਚੰਨੀ ਸਾਹਿਬ ਜਿੰਨੇ ਕੌਨਫੀਡੈਂਸ ਦੇ ਨਾਲ ਕਹਿ ਰਹੇ ਨੇ, ਉਹ ਕਹਿੰਦੇ ਵੀ ਮੈਂ ਉਹਨਾਂ ਸ਼ਹੀਦਾਂ ਦੀ, ਗੁਰੂ ਗੋਬਿੰਦ ਸਿੰਘ ਦੇ ਜਿਹੜੇ ਬੜੇ ਸਾਹਿਬਜ਼ਾਦੇ ਨੇ, ਉਹਨਾਂ ਦੀ ਧਰਤੀ ਤੋਂ ਬਿਲੋਂਗ ਕਰਦਾ ਹੈਗਾ ਤੇ ਮੈਂ ਸਹੁੰ ਖਾ ਕੇ ਕਹਿਣਾ ਵੀ ਉਹਨਾਂ ਨੇ ਕਿਹਾ ਹੈਗਾ ਜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਰਗਾ ਸੀਜ਼ਨਡ ਤੇ ਸਿਆਣਾ ਬੰਦਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਾਰੇ ਆ ਵੀ ਕਦੇ ਹੋਸ਼ੀ ਗੱਲ ਨਹੀਂ ਕਰਦੇ। ਜੇ ਇਸ ਤਰ੍ਹਾਂ ਦੀ ਗੱਲ ਉਹਨਾਂ ਨੇ ਕਹੀ ਹੈ, ਇਹਦਾ ਮਤਲਬ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਹੈ ਕਿ ਬੁੱਢਾ ਤ੍ਰਿਪਤ ਰਜਿੰਦਰ ਬਾਜਵੇ ਦਾ ਗੱਲ ਵੱਡੇ ਘਰ ਤੋਂ ਤੁਰੀ ਹੋਣੀ ਹੈ। ਸੋ ਇਹ ਵਿਵਾਦ ਨੂੰ ਇੰਨਾ ਲੰਬਾ ਸਮਾਂ ਨਹੀਂ ਦੇਣਾ ਚਾਹੀਦਾ ਸੀ। ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਹੀ ਇਹਨੂੰ ਨਿਬੇੜਨਾ ਚਾਹੀਦਾ ਸੀ। ਲਾਮਬੰਦੀ ਹੋ ਰਹੀ ਹੈ ਨਾ, ਸਾਰੇ ਜਿੰਨੇ ਦਲਿਤ MLA ਨੇ ਸਾਰੇ ਚੰਨੀ ਦੇ ਨਾਲ ਆ ਕੇ ਖੜ ਗਏ ਵੀ ਇਹ ਤਾਂ ਬਿਲਕੁਲ ਗਲਤ ਹੈ ਜੋ ਕੁਝ ਹੋ ਰਿਹਾ। ਚਲੋ ਇਹਨੂੰ ਦਲਤ ਵਰਸਜ ਉਹ ਤਾਂ ਨਹੀਂ ਬਣਾਉਣਾ ਚਾਹੀਦਾ, ਬਿਲਕੁਲ ਉਹ ਨਹੀਂ ਬਣਾਉਣਾ ਚਾਹੀਦਾ, ਉਹਦੇ ਨਾਲ ਮੈਂ ਸਹਿਮਤ ਨਹੀਂ ਹੈਗਾ। ਪਰ ਜੇ ਧਮਕੀ ਵਾਲੀ ਗੱਲ ਕੀਤੀ ਹੈ ਤਾਂ ਗਲਤ ਕੀਤੀ ਹੈ। ਇਸ ਮਾਮਲੇ ਦੇ ਵਿੱਚ ਜਿਹੜਾ ਲੋਕਾਂ ਦੇ ਗਲੇ 'ਚੋਂ ਨਹੀਂ ਉਤਰਦਾ ਤ੍ਰਿਪਤ ਰਜਿੰਦਰ ਬਾਜਵੇ ਦਾ ਸਪਸ਼ਟੀਕਰਨ। ਜੇ ਮੰਨ ਲਓ ਉਹਨਾਂ ਨੇ ਗੱਲ ਕਹਿ ਵੀ ਦਿੱਤੀ ਹੈ ਤਾਂ ਉਹਨਾਂ ਨੂੰ ਦਿਲ ਵੱਡਾ ਦਿਖਾਉਂਦਿਆਂ ਇਸ ਗੱਲ ਦੀ ਮਾਫੀ ਮੰਗ ਲੈਣੀ ਚਾਹੀਦੀ ਹੈ ਵੀ ਮੇਰੇ ਤੋਂ ਗਲਤੀ ਹੋ ਗਈ। ਗਲਤੀ ਮੰਨਣ ਦੇ ਨਾਲ ਕੋਈ ਬੰਦਾ ਛੋਟਾ ਨਹੀਂ ਹੁੰਦਾ। ਢਿੱਲੋਂ ਸਾਹਿਬ, ਰੌਲਾ ਇਹ ਹੈ ਨਾ ਕਿ ਪੰਜਾਬ ਪ੍ਰਧਾਨ ਜਿਹੜੇ ਨੇ ਕਾਂਗਰਸ ਦੇ ਸੁਨੀਲ ਜਾਖੜ, ਉਹ ਵੀ ਕਹਿੰਦੇ ਨੇ ਕਿ ਕਾਰਵਾਈ ਹੋਣੀ ਚਾਹੀਦੀ ਹੈ, ਮੁੱਖ ਸਕੱਤਰ ਤੇ ਕਾਰਵਾਈ ਹੋਣੀ ਚਾਹੀਦੀ ਹੈ, ਇਹਨਾਂ ਗੱਲਾਂ ਦੇ ਵਿੱਚ ਜਿਹੜਾ ਉਲਝਣਾ ਨਹੀਂ ਚਾਹੀਦਾ। ਨਹੀਂ ਜੀ, ਦੇਖੋ ਜਿਹੜਾ ਕਰਤੇ ਆਬਕਾਰੀ ਵਿਭਾਗ ਹੈ ਜਾਂ ਮੁੱਖ ਮੰਤਰੀ ਕੋਲੇ ਜਾਂ ਮੁੱਖ ਸਕੱਤਰ ਕੋਲੇ ਹੈ, ਜਿਨ੍ਹਾਂ ਦੇ ਦੋ ਦੇ ਮੂਹਰੇ ਮੁੱਖ ਲੱਗਦਾ ਹੈਗਾ, ਉਹਨਾਂ ਨੂੰ ਇਸ ਦੀ ਜ਼ਿੰਮੇਵਾਰੀ ਜਿਹੜਾ 600 ਕਰੋੜ ਤੋਂ ਵੱਧ ਦਾ ਘਾਟਾ ਪਿਆ ਹੈ। ਲਾਕਡਾਊਨ ਤਾਂ 23 ਮਾਰਚ ਨੂੰ ਹੋਏਗਾ, ਉਸ ਤੋਂ ਪਹਿਲਾਂ ਤਾਂ ਸੀਗਾ 7 ਦਿਨਾਂ ਨਾਲ ਥੋੜੀ 600 ਕਰੋੜ ਦਾ ਘਾਟਾ ਪੈ ਗਿਆ। ਜਿਹੜੇ ਠੇਕੇਦਾਰ ਅੱਜ ਗੱਲ ਕਰ ਰਹੇ ਨੇ, ਇਹ ਧਮਕੀਆਂ ਠੇਕੇਦਾਰਾਂ ਨੂੰ ਵੀ ਗਈਆਂ ਨੇ। ਪਤਾ ਲੱਗਿਆ ਵੀ ਕਈ ਥਾਵਾਂ ਤੇ ਪੁਲਿਸ ਵਾਲਿਆਂ ਨੇ ਬਾਂਹ ਮਰੋੜੀ ਹੈ। ਇਹ ਕਹਿੰਦੇ ਸੀ ਅਸੀਂ ਠੇਕੇ ਨਹੀਂ ਖੋਲ੍ਹਦੇ, ਤੁਸੀਂ ਅੱਜ ਕਾਰਪੋਰੇਸ਼ਨ ਬਣਾ ਦਿਓ। ਇਹ ਅੱਧੇ ਤੋਂ ਵੱਧ ਭੱਜ ਜਾਣਗੇ। ਜੇ ਕਾਰਪੋਰੇਸ਼ਨ ਬਣਾ ਕੇ ਉਹ ਰਾਜ ਮੁਨਾਫਾ ਕਮਾ ਰਹੇ ਨੇ ਤਾਂ ਸਾਨੂੰ ਕਿਉਂ ਨਹੀਂ ਬਣਾਉਣੀ ਚਾਹੀਦੀ? ਬਣਾ ਲੈਣੀ ਚਾਹੀਦੀ ਹੈ, ਤਜਰਬਾ ਕਰਕੇ ਦੇਖ ਲੈਣਾ ਚਾਹੀਦਾ। ਜੇ ਚੰਗੇ ਪਾਸੇ ਨੂੰ ਜਾਵੇਗੀ ਤਾਂ ਉਹਨੂੰ ਅਪਣਾ ਲਓ ਤੇ ਨਹੀਂ ਫਿਰ ਪੁਰਾਣੀ ਨੀਤੀ ਦੇ ਉੱਤੇ ਆ ਜਾਓ। ਪਰ ਇਸ ਵੇਲੇ ਲੋਕਾਂ ਨੂੰ ਹਜਮ ਨਹੀਂ ਹੋ ਰਿਹਾ ਕਿ ਜਿਹੜੇ ਤਰੀਕੇ ਦੇ ਨਾਲ ਸਰਕਾਰੀ ਖਜ਼ਾਨੇ ਨੂੰ ਦੋਨਾਂ ਹੱਥਾਂ ਦੇ ਨਾਲ ਲੁੱਟਿਆ ਜਾ ਰਿਹਾ ਹੈ, ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਕਰਕੇ ਚੰਗਾ ਹੋਵੇ ਕਿ ਇਸ ਨੂੰ ਮਤਲਬ ਰੋਕਿਆ ਜਾਣਾ ਚਾਹੀਦਾ ਤੇ ਇਹਦੇ ਤੇ ਮੁੱਖ ਮੰਤਰੀ ਸਾਹਿਬ ਨੂੰ ਚੁੱਪੀ ਤੋੜਦਿਆਂ ਲੋਕਾਂ ਦੇ ਵਿੱਚ ਵੀ ਆਉਣਾ ਚਾਹੀਦਾ, ਹੇਠਲੇ ਪੱਧਰ ਤੇ ਜਾਣਾ ਚਾਹੀਦਾ। ਜੇ ਮੁੱਖ ਮੰਤਰੀ ਸਾਹਿਬ ਆਪਣੇ ਸਭ ਤੋਂ ਨੇੜਲੇ ਕੁਲੀਗ, ਕੱਲ੍ਹ ਜਦੋਂ ਉੱਥੇ ਗੁਰਦਾਸ ਸਿੰਘ ਬਾਦਲ ਹੋਰਾਂ ਦਾ ਸੰਸਕਾਰ ਹੋਇਆ, ਪਤਾ ਲੱਗਿਆ ਵੀ ਸ਼ਾਇਦ ਉਹ ਪਹਿਲਾਂ ਵੀ ਨਹੀਂ ਗਏ ਜਦੋਂ ਬੀਬੀ ਬਾਦਲ ਦਾ, ਮਨਪ੍ਰੀਤ ਹੋਰਾਂ ਦੇ ਮਾਤਾ ਦਾ ਸੰਸਕਾਰ ਹੋਇਆ ਸੀ ਜਾਂ ਭੋਗ ਪਿਆ। ਹੁਣ ਤਾਂ ਉਹ ਇਸ ਗੱਲ 'ਚੋਂ ਨਿਕਲ ਜਾਣਗੇ ਕਿ ਕਰੋਨਾ ਕਰਕੇ ਜਿਹੜਾ ਹੈਗਾ ਉਹ ਇਕੱਠੇ ਹੋਣ 'ਤੇ ਪਾਬੰਦੀ ਲੱਗੀ ਹੋਈ ਆ, ਤਾਂ ਨਹੀਂ ਗਏ ਹੈਗੇ। ਜਾਣਾ ਚਾਹੀਦਾ ਸੀ ਨਾਲ, ਤਾਂ ਜਾ ਕੇ ਘਰ ਦੇ ਵਿੱਚ ਉਹ ਸੂਬੇ ਦੇ ਹੈਡ ਨੇ ਪਰਿਵਾਰਕ ਦੇ ਨਾਲ ਜਾਣਾ ਚਾਹੀਦਾ ਸੀ। ਢਿੱਲੋਂ ਸਾਹਿਬ, ਅੱਗੇ ਗੱਲ ਹੁਣ ਅਸੀਂ ਕਰਦੇ ਹਾਂ ਕਿ ਪ੍ਰਵਾਸੀ ਮਜ਼ਦੂਰਾਂ ਦਾ ਮਸਲਾ ਜਿਹੜਾ ਹੈ, ਪ੍ਰਵਾਸੀ ਮਜ਼ਦੂਰ ਲਗਾਤਾਰ ਪਲਾਇਨ ਕਰ ਰਹੇ ਨੇ। ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀਆਂ ਦਿਲ ਚੁਭਵੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਸਮਝ ਨਹੀਂ ਆ ਰਹੀ। ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਤੇ UP ਸਰਕਾਰ ਨੂੰ ਨੋਟਿਸ ਭੇਜਿਆ। ਉਹ ਤਸਵੀਰ ਤੁਸੀਂ ਦੇਖੀ ਹੋਣੀ ਕਿ ਇੱਕ ਅਟੈਚੀ ਦੇ ਉੱਤੇ ਕਿਵੇਂ ਬੱਚੇ ਨੂੰ ਪਾ ਕੇ ਉਹਦੀ ਮਾਂ ਘਸੀਟ ਕੇ ਜਿਹੜਾ ਅਟੈਚੀ ਨੂੰ ਲੈ ਕੇ ਜਾ ਰਹੀ ਹੈ। ਇਹੋ ਜਿਹੀਆਂ ਹੋਰ ਵੀ ਤਸਵੀਰਾਂ ਨੇ। ਇੱਕ ਤਸਵੀਰ ਸਾਹਮਣੇ ਆਈ ਹੈ, ਹੋਰ ਵੀ ਬੜੀਆਂ ਨੇ ਜਿਹੜੀਆਂ ਮਤਲਬ ਕਿ ਸਰੀਰ ਨੂੰ ਹਿਲਾ ਦਿੰਦੀਆਂ ਨੇ, ਦਿਲ ਦਿਮਾਗ ਨੂੰ ਹਿਲਾ ਦਿੰਦੀਆਂ ਨੇ ਕਿ ਹੋ ਕੀ ਰਿਹਾ। ਸਭ ਤੋਂ ਪਹਿਲਾਂ ਜਦੋਂ ਜਿਹੜੇ ਮਜ਼ਦੂਰ ਉਧਰੋਂ ਆਏ ਸੀ ਬੰਬੇ ਸਾਈਡ ਦੇ ਉੱਤੋਂ, ਔਰ ਉਹ ਰੇਲਵੇ ਲਾਈਨ ਦੇ ਵਿੱਚ ਹੀ ਪੈ ਗਏ, ਸ਼ਾਇਦ ਇਸ ਭੁਲੇਖੇ ਨਾਲ ਪੈ ਗਏ ਕਿ ਗੱਡੀਆਂ ਬੰਦ ਨੇ,
ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸਵਾਰੀ ਗੱਡੀਆਂ ਬੰਦ ਨੇ, ਪਾਰਸਲ ਗੱਡੀਆਂ ਤੇ ਮਾਲ ਗੱਡੀਆਂ ਦੀ ਤਾਂ ਜਾਰੀ ਹੈ। ਉਹਦੇ ਵਿੱਚ 16 ਦੇ ਲਗਭਗ ਜਿਹੜੇ ਮਜ਼ਦੂਰ ਆ ਉਹਨਾਂ ਦੀ ਮੌਤ ਹੋਈ। ਦੂਜੇ ਨੰਬਰ ਦੇ ਉੱਤੇ ਇੱਕ ਘਟਨਾ ਕੱਲ੍ਹ ਦੀ ਹੈ ਮੇਰਠ ਦੀ। ਮੇਰਠ ਦੇ ਕੋਲ ਕਹਿੰਦੇ ਆ ਕਿ ਇੱਕ ਟਰੱਕ ਜਿਹਦੇ ਵਿੱਚ 150 ਤੋਂ ਵੱਧ ਮਜ਼ਦੂਰ ਸ਼ਾਮਲ ਸੀ, ਉਹ ਸਾਈਡ ਦੇ ਉੱਤੇ ਖੜਾ ਸੀ। ਪਿੱਛੋਂ ਇੱਕ ਟਰੱਕ ਆਇਆ ਲੋਡਡ, ਜਿਹਦੇ ਵਿੱਚ ਕਿਹਾ ਜਾ ਰਿਹਾ ਚੂਨਾ ਸੀ, ਨਾਲ ਕੁਝ ਮਜ਼ਦੂਰ ਉਹਦੇ ਵਿੱਚ ਵੀ ਬੈਠੇ ਸੀ। ਉਹ ਖੜੇ ਟਰੱਕ ਦੇ ਵਿੱਚ ਵੱਜਿਆ, ਉੱਥੇ 22-23 ਦੀ ਜਿਹੜੀ ਹੈ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕੁਝ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ। ਇਹ ਦੂਜੀ ਘਟਨਾ ਹੈ। ਹੁਣ ਤੀਜੀ ਘਟਨਾ ਮੈਂ ਤੁਹਾਨੂੰ ਇੱਕ ਇਸ ਤੋਂ ਵੀ ਵੱਡੀ ਦੱਸ ਦਿਆਂ ਕਿ ਹਰਿਆਣੇ ਦੇ ਵਿੱਚ ਜਿਹੜੇ ਯੂਪੀ ਨੂੰ ਮਜ਼ਦੂਰ ਜਾ ਰਹੇ ਨੇ, ਉਹ ਯਮੁਨਾ ਨਦੀ ਨੂੰ ਪੈਦਲ ਸਾਈਕਲਾਂ ਨੂੰ ਚੱਕ ਕੇ ਪਾਰ ਕਰ ਰਹੇ ਨੇ। ਕੀ ਇਹ ਸਰਕਾਰਾਂ ਜਿਹੜੀਆਂ ਅਜੇ ਉਡੀਕਦੀਆਂ ਨੇ ਕਿ 50-60 ਡੁੱਬ ਲੈਣ ਦਿਓ, ਉਦੋਂ ਬਾਅਦ ਕੋਈ ਗੱਲ ਕਰਾਂਗੇ? ਢਿੱਲੋਂ ਸਾਹਿਬ ਇੱਥੇ ਇਹ ਵੀ ਜੋੜੀਏ ਨਾ ਕਿ ਅਦਾਲਤਾਂ ਜਿਹੜੀਆਂ ਉਹ ਲਗਾਤਾਰ ਕਹਿ ਰਹੀਆਂ ਨੇ ਕਿ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਕੇਂਦਰ ਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਮਿਲ ਕੇ ਇਹਨਾਂ ਮਜ਼ਦੂਰਾਂ ਨੂੰ ਸਾਂਭਣ। ਸੁਪਰੀਮ ਕੋਰਟ 'ਚ ਕਹਿੰਦੇ ਜਨਹਿਤ ਪਟੀਸ਼ਨ ਪਾ ਦਿੱਤੀ ਵੀ ਜਿਹੜੇ ਰੇਲ ਪਟੜੀਆਂ ਤੇ ਮਜ਼ਦੂਰ ਸੌਂਦੇ ਨੇ ਉਹਨਾਂ ਨੂੰ ਰੋਕਿਆ ਜਾਵੇ। ਸੁਪਰੀਮ ਕੋਰਟ ਕਹਿੰਦਾ ਅਸੀਂ ਕਿੱਦਾਂ ਰੋਕ ਸਕਦੇ ਹਾਂ? ਦੇਖੋ, ਜਿਹੜੀ ਗੱਲ ਵੱਡੀ ਹੈ, ਜਿਹੜੀ ਚੀਜ਼ ਨੂੰ ਰੋਕਣ ਦੀ ਗੱਲ ਹੈ, ਗਰੀਬੀ ਨੂੰ ਰੋਕ ਲੈਣ, ਉਹਨਾਂ ਲੋਕਾਂ ਦਾ ਹੱਲ ਕਰਨ। ਕੱਲ ਜਿਹੜੀ ਯੋਗੀ ਆਦਿੱਤਿਆਨਾਥ ਨੇ ਬਿਆਨ ਦਿੱਤਾ ਕਿ ਮੈਂ ਚੀਫ ਸੈਕਟਰੀ ਤੇ ਪੁਲਿਸ ਮੁਖੀ ਨੂੰ ਕਹਿਤਾ ਕਿ ਇਹਨਾਂ ਨੂੰ ਪੈਦਲ ਨਾ ਜਾਣ ਦਿੱਤਾ ਜਾਵੇ, ਸਾਈਕਲਾਂ ਤੇ ਨਾ ਜਾਣ ਦਿੱਤਾ ਜਾਵੇ, ਦੁਪਹੀਆ ਵਾਹਨਾਂ ਤੇ ਨਾ ਜਾਣ ਦਿੱਤਾ ਜਾਵੇ, ਸਖਤੀ ਕਰਕੇ ਇਹਨਾਂ ਨੂੰ ਉਹ ਕਰਨਾ ਚਾਹੀਦਾ। ਉੱਥੇ ਇਕੱਠੇ ਹੋ ਕੇ ਬਹਿ ਜਾਣਗੇ। ਪੰਜਾਬ ਤੋਂ ਇਹ ਗਏ, ਇਹ ਕਿਹਾ ਜਾ ਰਿਹਾ ਕਿ 35 ਕਰੋੜ ਰੁਪਈਆ ਖਰਚ ਕੀਤਾ ਇਹਨਾਂ ਨੂੰ ਇੱਥੋਂ ਦੂਜੇ ਪਾਸੇ ਭੇਜਣ ਤੇ, ਰੇਲਾਂ ਦਾ ਪ੍ਰਬੰਧ ਕਰਨ ਤੇ। ਜੇ 35 ਕਰੋੜ ਰੁਪਈਆ ਮੁੱਖ ਮੰਤਰੀ ਸਾਹਿਬ ਇਹਨਾਂ ਦੇ ਮੁੜ ਵਸੇਬੇ ਵਾਸਤੇ ਖਰਚ ਦਿੰਦੇ, ਜਿੱਥੇ ਜਿੱਥੇ ਇਹ ਬੈਠੇ ਨੇ ਇਹਨਾਂ ਦਾ ਮਹੀਨੇ ਦਾ ਕਿਰਾਇਆ, ਕਿਰਾਏ ਵਾਲੇ ਬੰਦੇ ਨੂੰ ਅੱਧਾ ਕਿਰਾਇਆ ਦੇ ਦਿੱਤਾ ਜਾਂਦਾ, ਔਰ ਇਹਨਾਂ ਨੂੰ ਕੁਝ ਰਾਸ਼ਨ, ਬਹੁਤਾ ਇਹ ਵਿਚਾਰੇ ਕੋਈ ਖੋਏ ਦਾ ਸਮਾਨ ਨਹੀਂ ਮੰਗਦੇ, ਇਹਨਾਂ ਨੂੰ ਥੋੜ੍ਹਾ ਬਹੁਤਾ ਰਾਸ਼ਨ ਜਿਹੜਾ ਸੀਗਾ ਮਹੀਨੇ 2 ਮਹੀਨੇ ਦਾ ਰਾਸ਼ਨ ਦੇ ਦਿੱਤਾ ਜਾਂਦਾ ਵੀ ਕੋਈ ਗੱਲ ਨਹੀਂ, ਤੁਸੀਂ ਜਿਹੜਾ ਆਹ ਰਾਸ਼ਨ ਲਓ। ਔਰ ਜਿਹੜੀਆਂ ਫੈਕਟਰੀਆਂ ਚਲਾਉਣ ਦੀ ਗੱਲ ਅਸੀਂ ਬਾਰੀ ਕਰ ਰਹੇ ਹਾਂ, ਲੁਧਿਆਣੇ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਵੱਡੀਆਂ ਫੈਕਟਰੀਆਂ ਤੇ ਛੋਟੀਆਂ ਫੈਕਟਰੀਆਂ ਵੀ ਨੇ, ਖਾਸ ਕਰ ਨਿਟਿੰਗ ਏਜੰਸੀ ਬੁਣਨ ਵਾਲੀਆਂ ਜਿਹੜੀਆਂ ਹੈਗੀਆਂ ਨੇ, ਉਹ ਘਰਾਂ ਦੇ ਵਿੱਚ 5-5 7-7 ਮਜ਼ਦੂਰਾਂ ਦੇ ਨਾਲ ਚੱਲ ਰਹੀਆਂ ਨੇ। ਉਹਨਾਂ ਨੂੰ ਕੀਤਾ ਜਾਂਦਾ, ਇਹਨਾਂ ਦਾ ਇੱਥੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਤਾਂ ਸ਼ਾਇਦ ਇਹ ਛੱਡ ਕੇ ਨਾ ਜਾਂਦੇ। ਚਲੋ ਸਭ ਇਹਨਾਂ ਲਈ ਤਾਂ ਵੋਟਾਂ ਦੀਆਂ ਗੱਡੀਆਂ ਗਈਆਂ ਨੇ ਨਾ, ਇਹਨਾਂ ਲਈ ਤਾਂ ਵੋਟਾਂ ਦੀਆਂ ਗੱਡੀਆਂ ਭਰ ਗਈਆਂ ਨੇ। ਉਹ ਤੁਸੀਂ ਰਾਜਾ ਵੜਿੰਗ ਦੀ ਵੀਡੀਓ ਦੇਖੀ ਹੋਣੀ ਜੀ, 'ਚੋਂ ਕਹਿ ਰਹੇ ਨੇ ਕਿ ਕਾਂਗਰਸ ਨੇ ਤੁਹਾਡਾ ਖਰਚਾ ਸਾਰੇ ਥਾਵਾਂ ਤੇ ਸਟੇਸ਼ਨਾਂ ਦੇ ਉੱਤੇ ਕਾਂਗਰਸੀ ਧਮੱਚੜ ਪਾ ਰਹੇ ਨੇ। ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਤੁਹਾਨੂੰ, ਕਿਉਂਕਿ ਬਿਹਾਰ ਦੇ ਵਿੱਚ ਇਸ ਵੇਲੇ ਵੋਟਾਂ ਨੇ ਬਿਲਕੁਲ ਬਹੁਤ ਨੇੜੇ ਆ ਰਹੀਆਂ ਨੇ, ਯੂਪੀ ਤਾਂ ਭਾਵੇਂ ਅਜੇ ਦੂਰ ਹੈ, ਉਹਨਾਂ ਨੂੰ ਤੁਹਾਡਾ ਪ੍ਰਬੰਧ ਜਿਹੜਾ ਹੈਗਾ ਕਾਂਗਰਸ ਸਰਕਾਰ ਸੋਨੀਆ ਗਾਂਧੀ ਦੇ ਕਹਿਣ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਜਸਥਾਨ ਦੇ ਵਿੱਚ ਕਾਂਗਰਸ ਕਰ ਰਹੀ ਹੈ, ਇਹਨਾਂ ਵੱਲੋਂ ਕੀਤਾ ਜਾ ਰਿਹਾ ਤਾਂ ਕਿ ਉਹਨਾਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਰਹੇ ਕਿ ਇਹ ਸਾਡਾ ਪ੍ਰਬੰਧ ਕੀਤਾ ਹੈਗਾ। ਇਸ ਵੇਲੇ ਵੀ ਅਸੀਂ ਰਾਜਨੀਤੀ ਤੋਂ ਥੱਲੇ ਨਹੀਂ ਉਤਰ ਰਹੇ, ਇੱਕ ਦੂਜੇ ਦੇ ਉੱਤੇ ਅਸੀਂ ਇਲਜ਼ਾਮਬਾਜ਼ੀ ਕਰ ਰਹੇ ਹਾਂ। ਹੁਣ ਸ਼ਰਾਬ ਦੀ ਫੈਕਟਰੀ ਦੇ ਉੱਤੇ ਵੀ ਉਹ ਲੋਕ ਇਲਜ਼ਾਮਬਾਜ਼ੀਆਂ ਕਰਨ ਗਏ ਨੇ ਜਿਨ੍ਹਾਂ ਦੇ ਆਪਣੇ ਰਾਜ ਦੇ ਵਿੱਚ ਵੀ ਇਹੀ ਕੁਝ ਚੱਲਦਾ ਸੀ। ਇਹ ਪੰਜਾਬ ਦੀ ਜਨਤਾ ਨੇ ਪਿਸਦੇ ਰਹਿਣਾ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮੁੱਖ ਮੰਤਰੀਆਂ ਨਾਲ ਇਹ ਸਾਂਝੀ ਬੈਠਕ ਕਰਨੀ ਚਾਹੀਦੀ ਹੈ। ਜੇ ਸਾਰੀਆਂ ਰੇਲਾਂ ਵੀ ਇਸ ਵੇਲੇ ਸੁਖਵਿੰਦਰ ਖੋਲ੍ਹਤੀਆਂ ਸਾਰੀਆਂ, ਜਿਵੇਂ ਇਹ ਪਹਿਲਾਂ ਜਾਂਦੇ ਸੀ, ਹੁਣ ਤਾਂ 1200 ਬੰਦਾ ਜਾ ਰਿਹਾ ਹੈ। ਜੇ ਪਹਿਲਾਂ ਵਾਲੀ ਸਥਿਤੀ ਹੁੰਦੀ ਤਾਂ ਇੱਕ ਰੇਲ ਦੇ ਵਿੱਚ 10-10 ਹਜ਼ਾਰ ਬੰਦੇ ਨੇ ਘੁਸ ਕੇ ਇੱਕ ਦੂਜੇ ਦੇ ਵਿੱਚ। ਤੁਸੀਂ ਦੇਖਿਆ, ਮੈਂ ਇੱਕ ਹੋਰ ਦੇਖੀ ਕਿ ਇੱਕ ਬੰਦੇ ਨੇ ਰੇਲਵੇ ਦੇ ਪਿਛਲੇ ਪਾਸੇ ਉਹ ਜਿਹੜੀ ਹੁੱਕ ਹੁੰਦੀ ਹੈ, ਲੇਡੀ ਹੈ, ਬੱਚਾ ਕੁੱਛੜ 'ਚ ਚੁੱਕੇ ਉਹ ਹੁੱਕ ਤੇ ਬੈਠੀ ਹੈ, ਜਿੱਥੇ ਜਿਹੜਾ ਇੱਕ ਡੱਬਾ ਦੂਜੇ ਦੇ ਨਾਲ ਜੁੜਦਾ ਹੁੰਦਾ। ਆ ਜਿਹੜੀ ਗੱਲ ਤੁਸੀਂ ਕੀਤੀ ਹੈ, ਇੱਕ ਮੈਂ ਕੱਲ੍ਹ ਹੀ ਦੇਖੀ ਹੈ ਕਿ ਬੱਚਾ ਬਿਮਾਰ ਹੈ, ਉਹਦੇ ਮੂੰਹ ਤੇ ਮਾਸਕ ਲੱਗਿਆ ਹੋਇਆ ਹੈਗਾ, ਉਸ ਨੂੰ ਰੱਸੇ ਨਾਲ ਖਿੱਚ ਕੇ ਲਿਜਾਇਆ ਜਾ ਰਿਹਾ ਹੈ। ਹੋਰ ਕਈ ਤਰ੍ਹਾਂ ਦੀਆਂ, ਇੱਕ ਔਰਤ ਨੇ ਸੜਕ ਤੇ ਜਨਮ ਦੇ ਕੇ ਉਸ ਤੋਂ ਬਾਅਦ ਫਿਰ ਪੈਦਲ ਚੱਲਣਾ ਸ਼ੁਰੂ ਕਰ ਦਿੱਤਾ ਤੇ ਮੁੱਖ ਪ੍ਰਧਾਨ ਮੰਤਰੀ ਸਾਹਿਬ ਉੱਥੇ ਬੈਠ ਕੇ ਸਿਰਫ ਇਹ ਜਿਹੜਾ ਲੱਛੇਦਾਰ ਭਾਸ਼ਣ ਦੇਣ ਦੀ ਉਹ ਗੱਲ ਕਰਦੇ ਨੇ। ਕਦੇ ਉਹਨਾਂ ਨੇ ਗਰਾਊਂਡ ਰਿਐਲਿਟੀ ਨਹੀਂ ਦੇਖੀ। ਅੱਜ ਵੀ ਕਿਸੇ ਪਾਸੇ ਜਾ ਕੇ ਦੇਖ ਲਓ, ਲੁਧਿਆਣਾ ਆਪਣਾ ਸਭ ਤੋਂ ਵੱਧ ਹੈ, ਪੈਦਲ ਯਾਤਰੀ ਜਿਹੜੇ ਆ ਲਗਾਤਾਰ ਪ੍ਰਵਾਸ ਕਰਦੇ ਜਾ ਰਹੇ ਨੇ। ਤੇ ਇਸ ਵੇਲੇ ਉਹ ਲੋਕ ਜਿਹੜੇ ਲਗਾਤਾਰ ਰਾਸ਼ਨ ਦੇ ਰੇਟ ਵਧਾਤੇ, ਟਰਾਂਸਪੋਰਟ ਵਾਲੇ ਟਰੱਕਾਂ ਵਾਲਿਆਂ ਨੇ 1000 2-2000 ਰੁਪਏ ਲੈਣਾ ਸ਼ੁਰੂ ਕਰ ਦਿੱਤਾ, ਉਹਨਾਂ ਦੇ ਉੱਤੇ ਕਿਸੇ ਕੀ ਕਾਬੂ ਕੀਤਾ ਹੈਗਾ? ਲਗਾਤਾਰ ਇਹ ਘਟਨਾਵਾਂ ਵਾਪਰ ਰਹੀਆਂ ਨੇ। ਜੇ ਇਹਨਾਂ ਤੇ ਅਸੀਂ ਕਾਬੂ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਭੁੱਖਮਰੀ ਫੈਲੇਗੀ, ਉੱਥੇ ਆਪਸ ਵਿੱਚ ਦੀ ਜਿਹੜੀ ਖਾਨਾ ਜੰਗੀ ਹੈ ਉਸ ਦੀ ਵੀ ਸੰਭਾਵਨਾ ਬਣਦੀ ਜਾ ਰਹੀ ਜੀ। ਢਿੱਲੋਂ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸਵਾਰ ਸਤਵਾਰ ਪ੍ਰੋਗਰਾਮ ਦੇ ਵਿੱਚ ਅਸੀਂ ਹਫ਼ਤਾ ਭਰ ਦੇ ਵਿੱਚ ਜੋ ਖਬਰਾਂ ਵਾਪਰੀਆਂ ਤੇ ਵਾਪਰ ਰਹੀਆਂ ਨੇ ਇਸ ਵੇਲੇ ਵੀ, ਉਹਨਾਂ ਸਭ ਦੇ ਉੱਤੇ ਚਰਚਾ ਕੀਤੀ। ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ। ਇਜਾਜ਼ਤ ਦਿਓ, ਧੰਨਵਾਦ।